ਵਾਹਿਗੁਰੂ 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 ਜੀ। ਅੱਜ ਅਕਤੂਬਰ 27 2024 ਦਿਨ ਐਤਵਾਰ। ਗੁਰੂ ਨਾਨਕ ਸਿੱਖ ਸਭਾ ਇੰਕ ਅਮਰੀਕਾ ਵੱਲੋਂ ਇਹ ਗੁਰਮਤਿ ਗੋਸ਼ਟੀ ਜਾਂ ਵਿਚਾਰ ਗੋਸ਼ਟੀ ਇੱਕ ਐਤਵਾਰ ਵਾਸਤੇ ਆਰੰਭ ਕੀਤਾ ਹੋਇਆ ਸੀ ਤੇ ਉਸ ਵਿੱਚ ਅਸੀਂ ਹੁਣ ਹੁਕਮਨਾਮਿਆਂ ਨੂੰ ਸਮਝਣ ਦਾ, ਪੜ੍ਹਨ ਦਾ, ਸਮਝਣ ਦਾ ਯਤਨ ਕਰ ਰਹੇ ਹਾਂ ਤੇ ਆਪਣੀ ਇਹ ਵਿਚਾਰ ਲੜੀਵਾਰ ਹੈ। ਲੜੀਵਾਰ ਦਾ ਅਰਥ ਇਹ ਰਹੇਗਾ ਕਿ ਇਹਨਾਂ ਹੁਕਮਨਾਮਿਆਂ ਵਿੱਚ ਜਦ ਅਸੀਂ ਜਿਤਨੇ ਅਧਿਐਨ ਕਰਨੇ ਹਨ ਜਾਂ ਜ਼ਰੂਰਤ ਹੈ, ਲੋੜ ਹੈ, ਜਿਤਨੇ ਸਾਨੂੰ ਚਾਹੀਦੇ ਹਨ ਗਿਆਨ ਵਾਸਤੇ 50, 60, 70 ਜਿਤਨੇ ਹੋ ਸਕੇ, ਉਸ ਤੋਂ ਬਾਅਦ ਵਿੱਚ ਫਿਰ ਇੱਕ ਇਹਨਾਂ ਪੜ੍ਹੇ ਹੋਏ ਹੁਕਮਨਾਮਿਆਂ ਨੂੰ, ਹੁਕਮਨਾਮਿਆਂ ਵਿੱਚੋਂ ਜੋ ਤੱਤ ਸਾਰ ਵਰਗੀ ਵਿਚਾਰ ਨਿਕਲਣੀ ਹੈ ਉਸ ਦੀ ਰਿਕਾਰਡਿੰਗ ਪਿੱਛੇ ਰਹੇਗੀ। ਕੁਝ ਐਸਾ ਕੁਝ ਵੀ ਰਹੇਗਾ ਜਿਸ ਨੂੰ ਅਸੀਂ ਹਰ ਥਾਂ ਤੇ ਉਹਦੀ ਵਿਆਖਿਆ ਜਾਂ ਵੱਡਾ ਕਰਕੇ ਵਿਖਿਆਨ ਨਹੀਂ ਕਰ ਸਕਾਂਗੇ ਅਸੀਂ। ਤਾਂ ਮੈਂ ਇਹ ਬਾਤ ਤਾਂ ਕਹੀ ਹੈ ਤਾਂ ਕਿ ਕੋਈ ਵੀ ਸਰੋਤਾ ਜਦ ਵੀ ਸੁਣੇ ਤਾਂ ਉਸਨੂੰ ਚੇਤੇ ਰਹੇ ਕਿ ਇਹ ਲੜੀਦਾਰ ਇੱਕ ਲੰਬੀ ਵਿਚਾਰ ਹੈ ਤੇ ਇਹ ਵਿਚਾਰ ਵੀ ਉਹਨਾਂ ਲਈ ਹੈ ਜਿਹੜੇ ਸੁਹਿਰਦਤਾ ਦੇ ਨਾਲ ਸੱਚ ਨੂੰ ਸਮਝਣਾ, ਸੱਚ ਨੂੰ ਸਮਝ ਕੇ ਜੀਵਨ ਵਿੱਚ ਗ੍ਰਹਿਣ ਕਰਨਾ, ਇਹ ਉਹਨਾਂ ਵਾਸਤੇ ਵਿਸ਼ੇਸ਼ ਰਹੇਗੀ। ਹਰ ਸਰੋਤੇ ਨੂੰ ਲਾਭ ਹੋਵੇਗਾ, ਹਰ ਪਾਠਕ ਨੂੰ ਲਾਭ ਹੋਵੇਗਾ, ਪਰ ਵਿਸ਼ੇਸ਼ ਉਹਨਾਂ ਨੂੰ ਹੈ ਜਿਹੜੇ ਇਸ ਬਿਰਤੀ ਨਾਲ, ਇਹਦੇ ਨਾਲ ਜੁੜੇ ਰਹਿਣਗੇ ਜੀ। ਤੇ ਇਹ ਸਾਡੇ ਜੋ ਗੁਰੂ ਨਾਨਕ ਸਿੱਖ ਸਭਾ ਇੰਕ ਦੇ ਜੋ ਨਾਮ ਹਨ, ਇਸ ਨਾਮ ਦੇ ਜਿਸ ਨੂੰ ਸਪੈਲਿੰਗ ਆਖਦੇ ਨੇ, ਇਹਨੂੰ ਵਰਤਨੀ ਕਿਹਾ ਜਾਂਦਾ ਹੈ। ਇਸ ਦੇ ਸਪੈਲਿੰਗ ਸਾਡੇ ਜੋ ਰਜਿਸਟਰਡ ਹਨ ਉਹ ਇਸ ਪ੍ਰਕਾਰ ਦੇ ਹਨ। ਅਗਰ ਕੋਈ ਇਸ ਤਰ੍ਹਾਂ ਦੇ ਨਹੀਂ ਪਾਏਗਾ ਜੇਕਰ, ਤਾਂ ਸਾਡੇ ਜੋ ਵੈਬਸਾਈਟ ਆਦਿਕ ਹੈ ਉਹ ਦ੍ਰਿਸ਼ਟੀ ਗੋਚਰ ਨਹੀਂ ਹੋਵੇਗੀ। ਤੇ ਅੱਜ ਆਪਾਂ ਇਸ ਵਿਚਾਰ ਵਿੱਚ ਸਾਡੀ ਇਹ ਨਹੀਂ ਮੈਂ ਕਹਾਂਗਾ ਕਿ ਰਿਕਾਰਡਿੰਗ ਦੂਜੀ ਹੈ। ਗੁਰੂ ਹਰਗੋਬਿੰਦ ਜੀ ਦੇ ਨਾਮ ਤੇ 2 ਹੁਕਮਨਾਮੇ ਡਾਕਟਰ ਗੰਡਾ ਸਿੰਘ ਜੀ ਦੀ ਪੁਸਤਕ ਵਿੱਚ ਛਪੇ ਹਨ। ਅੱਜ ਆਪਾਂ ਦੂਜਾ ਹੁਕਮਨਾਮਾ ਆਰੰਭ ਕਰਦੇ ਹਾਂ ਤੇ ਪੁਸਤਕ ਵਿੱਚ ਉਹਨੂੰ ਸੰਖਿਆ 3 ਦਿੱਤੀ ਹੋਈ ਹੈ, ਕਿਉਂਕਿ ਉਹਨਾਂ ਜਿਹੜੇ ਨਿਸ਼ਾਨ ਸਨ ਉਹਨੂੰ ਸੰਖਿਆ 1 ਦੇ ਕੇ ਤੇ ਅਸੀਂ ਉਹ ਨਿਸ਼ਾਨ ਨਹੀਂ ਕੀਤੇ, ਕਿਉਂਕਿ ਉਹ ਨਿਸ਼ਾਨ ਜਿਹੜੇ ਸੀ ਉਹਦਾ ਮੂਲ ਪੱਤਰਾ ਨਹੀਂ ਸੀ, ਤੋ ਇਸ ਕਰਕੇ ਅਸੀਂ ਉਹਨੂੰ ਨਹੀਂ ਕੀਤਾ। ਤੇ ਇਹ ਜੀ ਦੂਸਰਾ ਹੁਕਮਨਾਮਾ ਹੈ। ਅੱਜ ਇਹਦੇ ਆਰੰਭ ਦੇ ਵਿੱਚ ਦਾਸ ਬੇਨਤੀ ਕਰੇਗਾ ਕਿ ਗੁਰੂ ਹਰਗੋਬਿੰਦ ਜੀ ਦੇ ਨਾਮ ਤੇ 2 ਹੁਕਮਨਾਮੇ ਹਨ ਔਰ ਜਿੰਨੀ ਕੁ ਮੇਰੀ ਜਾਚਨਾ ਹੈ ਇਹਦੇ ਵਿੱਚ ਜੋ ਸਮਝ ਵਿੱਚ ਆਇਆ ਕਿ ਇਹ ਲਿਖਤ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਹੀਂ ਹੋ ਸਕਦੀ। ਨਾ ਹੀ ਮੈਂ ਇਹਦੇ ਚ ਹਾਂ ਨਾ ਬਹੁਤਾ ਨਹੀਂ ਕਹਿ ਸਕਦਾ, ਖਿਮਾ ਕਰਨਾ, ਮੇਰਾ ਸ਼ਬਦ ਸੁਧਾਰ ਲੈਣਾ, ਕਿਉਂਕਿ 2 ਹੀ ਹੁਕਮਨਾਮਿਆਂ ਵਿੱਚ ਮੈਂ ਇਵੇਂ ਕਹਾਂ ਕਿ ਇਹ ਗੁਰੂ ਜੀ ਦੀ ਹੱਥ ਲਿਖਤ ਹੈ, ਪਰ ਜੋ ਲਿਖਾਈ ਹੈ, ਲਿਖਾਈ ਦੀ ਬਣਤਰ, ਸ਼ਬਦਾਂ ਦੀ ਬਣਤਰ, ਉਸ ਸਾਰੇ ਕੁਝ ਨੂੰ ਦੇਖ ਕੇ ਮੈਨੂੰ ਇਉਂ ਲੱਗਾ ਕਿ ਇਹ
गुरु जी दे किसी साथी सहयोगी ने ये लिखा है। मैं फिर दोबारा क्या आखन लगा कि दास ने ये सारे हुक्मनामे जितने 60 70 100 70 87 हुक्मनामे 85 छपे हैं, इन्हों अपनी लोड़ ਲਈ ਬੇਅੰਤ ਵਾਰੀ ਪੜਿਆ ਹੈ। ਔਰ ਇਹ ਹੁਕਮਨਾਮਾ ਜੋ ਅੱਜ ਦਾਸ ਤੁਸੀਂ ਦੇਖ ਰਹੇ ਹੋ, ਇਹਨਾਂ ਸਭ ਹੁਕਮਨਾਮਿਆਂ ਨੂੰ ਕਈ ਵਾਰ ਪੜਿਆ ਹੈ। तो अगले हुक्मनामे और पिछे सारा कुछ देख के ता इस हुक्मनामे की जो विषय वस्तु है, इस हुक्मनामे विच की लिखिया है, पंजाबी लिपि दे चिन्ह, उहदियां लगा मात्रावां, सब नूं जदों मैं दृष्टि विच देखिया रखिया तां विचारिया तां मैं उस ही जिस तरह कोई मेरी पकड़ विच आया, मैं उहदे अनुसार ये गल कर रहा, सुनी सुनाई नहीं कह रहा। ਤਾਂ ਗੁਰੂ ਜੀ ਦੇ ਸਾਥੀ ਸਹਿਯੋਗੀ ਸਿੱਖ ਪ੍ਰੇਮੀ ਜਿਨ੍ਹਾਂ ਮੇਰੀ ਜਾਚੇ ਲਿਖਿਆ, ਮੈਂ ਕਹਿੰਦਾ ਹਾਂ ਤੁਹਾਨੂੰ ਕੁਝ ਇਹ ਲੱਗੇ ਕਿਸੇ ਨੂੰ ਕਿ ਨਹੀਂ ਜੀ ਗੁਰੂ ਜੀ ਨੇ ਲਿਖਿਆ, ਤੁਹਾਡੀ ਜੋ ਵੀ ਕੋਈ ਆਖੇਗਾ ਮੰਨੇਗਾ ਇਹ ਉਹਦੀ ਹੀ ਹੈ, ਤਾਂ ਮੈਂ ਇਸ ਤੋਂ ਆਰੰਭ ਕਰਦਾ ਜੀ। ਹਾਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ, ਇਹ ਗੁਰੂ ਜੀ ਦਾ ਇਹਦੇ 'ਚ ਸੰਦੇਸ਼ ਹੈ, ਗੁਰਸਿੱਖਾਂ ਦੇ ਨਾਮ ਹਨ। ये नहीं है कि ये नकल है, ऐसा नहीं है कि ये किसी ने हुंदा नहीं अगे जाके आवेगा कि कई लोगों ने पूजा भेटा दे वो चक्कर विच ना ऐसा आया भी है, ते ऐसा नहीं है, ये असली है। ਇਹਦੇ ਵਿੱਚ ਕੀ ਕਹਿੰਦੇ ਨੇ ਕਿ ਸਿੱਖਾਂ ਦੇ ਨਾਮ, ਥਾਵਾਂ ਦੇ ਨਾਮ, ਸਭ ਕੁਝ ਜਿਹੜਾ ਹੈ ਉਹ ਬਹੁਤ ਅੱਛਾ ਹੈ। ਮੈਂ ਆਰੰਭ ਕਰਦਾ ਜੀ। ਇਹਦੀ ਆਰੰਭਤਾ ਵਿੱਚ ਇੱਕ ਤੇ ਮੈਨੂੰ ਖੁਦ ਨੂੰ ਇਹ ਦੁਬਦਾ ਅਜੇ ਵੀ ਹੈ ਕਿ ਇਹਦੇ ਵਿੱਚ ਜੋ ਮੰਗਲਾਚਰਨ ਹੈ ਉਹ ਜਿਸ ਸਥਾਨ ਤੇ ਹੋਣਾ ਚਾਹੀਦਾ ਹੈ ਉਸ ਸਥਾਨ ਤੇ ਮੈਨੂੰ ਦਿਸਿਆ ਨਹੀਂ ਹੈ। ਤੇ ਇਹ ਕਿਉਂਕਿ ਇਹਦੇ 'ਚ ਕਈ ਲੀਕਾਂ ਵੀ ਮਾਰ ਦਿੱਤੀਆਂ ਗਈਆਂ, ਕਈ ਕੁਝ ਜਿਵੇਂ ਕਿ ਹੁੰਦਾ ਨਹੀਂ ਕਿ ਉੱਥੋਂ ਜਿਹਦੇ ਮਨ 'ਚ ਇੱਕ ਦੁਬਦਾ ਜੀ ਬਣ ਜਾਂਦੀ ਹੈ ਵੀ ਕਿਧਰੇ ਉਹ ਜਿਹੜਾ ਮੰਗਲਾਚਰਨ ਹੈ ਉਹ ਕਿਤੇ ਉੱਤੇ ਨਾ ਹੋਵੇ, ਜਿੱਥੋਂ ਹਟਾ ਦਿੱਤਾ ਹੋਵੇ ਜਾਂ ਕੁਛ ਨਵਾਂ ਨਾ ਕਿਸੇ ਨੇ ਕੁਝ ਕਰ ਦਿੱਤਾ ਹੋਵੇ, ਐਵੇਂ ਦੀਆਂ ਗੱਲਾਂ ਉਪਜਣ ਲੱਗ ਜਾਂਦੀਆਂ ਹਨ। ਤੇ ਮੈਂ ਫਿਰ ਵੀ ਮੇਰੀਆਂ ਜੋ ਉਪਜਦੀਆਂ ਹਨ ਜਾਂ ਮੇਰੀ ਆਪਣੀ ਹੈ ਉਹ ਕੋਈ 100% ਦੀ ਧਾਰਨਾ ਜਿਹੜੀ ਹੈ ਉਹ ਨਹੀਂ ਹੈ। ਤਾਂ ਇਹ ਮੰਗਲਾਚਰਨ ਕਿਉਂਕਿ ਪਿਛਲਾ ਜਿਹੜਾ ਹੁਕਮਨਾਮਾ ਆਪਾਂ ਦੇਖਿਆ ਹੈ, ਮੈਂ ਛੇਤੀ ਛੇਤੀ ਉੱਥੇ ਆਪ ਜੀ ਨੂੰ ਲੈ ਜਾਂਦਾ ਹਾਂ। ਉੱਥੇ ਮੰਗਲਾਚਰਨ ਆਪ ਜੀ ਦੇਖ ਲੈਣਾ, ਇਹ ਮੰਗਲਾਚਰਨ ਹੈ। पिछला जो पहला हुक्मनामा आपां पढ़िया है उत्थे मंगलाचरण उपर है, इस प्रकार आरंभ हुंदा है। ते इहो ही दो गुरसिखां दे नाम आप जी चेते रखना, भाई जाप, भाई गुरदास, इन्हां दे नाम अगे जाके भी आउणगे। ते मैं इथों आरंभ करदा जी इस हुक्मनामे नूं। इस विच हुक्मनामे दे उत्ते दी बजाए थल्ले आ देखना, इत्थे ये मंगलाचरण लिखिया होया है और लिखिया पत्रे नूं तिरछा करके है। और इहो ही हुक्मनामा जिहड़ा ये लिखत है, इत्थे तुसीं देखोगे कि एका इत्थे पाया होया है ते जो ओंकार वाला संखेप वो है वो इत्थे पाया होया है। और ये एक ओंकार दा जो रूप इत्थे बनाया होया है, ये बाकी किसी गुरु जी दे हुक्मनामे विच नहीं है। पर बाबा गुरदित्ता जी वाला अगला हुक्मनामा है इस तो उहदे विच इहो ही इउं दिता होया है। मैं आप जी नूं वो दिखा भी सकदा क्योंकि वो सारा कुछ मेरे कोल ही आ, तुसीं देखो आ एका ये ओंकार वाला ओ ते सतगुरु। तां जित तक मैनू इउं लगा भी जिवें ये मंगलाचरण ते उपर वाला मंगलाचरण उन्हां दी आकृति बिल्कुल इक्को जैसी है। तुसीं इसनूं भी देख लेना, एक ओंकार सतगुरु, गुरु
ਰੂ ਦੀਰਘ ਹੈ ਤੇ ਉੱਥੇ ਇਹ ਲਿਖਿਆ ਹੋਇਆ ਇਸੇ ਤਰ੍ਹਾਂ ਇਸੇ ਪ੍ਰਕਾਰ ਹੈ। ਔਰ ਇੱਥੇ ਜਿਹੜੀ ਅਗਲੀ ਗੱਲ ਹੈ ਉਹ ਦੋ ਵਾਰ ਲਿਖਿਆ ਹੋਇਆ। ਇੱਕ ਵਾਰੀ ਇੱਥੇ ਲਿਖਿਆ ਹੋਇਆ ਹੈ ਇੱਕ ਓੰਕਾਰ ਸਤਿਗੁਰੂ, ਇੱਥੇ ਵੀ ਲਿਖਿਆ ਹੋਇਆ ਇੱਕ ਓੰਕਾਰ ਸਤਿਗੁਰੂ। ਤੇ ਕਿਉਂਕਿ ਮੰਗਲਾਚਰਨ ਦਾ ਜਿਹੜਾ ਮਨੋਰਥ ਹੁੰਦਾ ਹੈ ਉਹ ਆਪਣੇ ਇਸ਼ਟ ਦੀ ਆਰਾਧਨਾ ਹੁੰਦਾ ਹੈ ਤੇ ਹਰ ਥਾਂ ਤੇ ਇੱਕ ਵਾਰ ਹੀ ਹੁੰਦਾ ਹੈ, ਪਰ ਇੱਥੇ ਇਹ ਦੋ ਵਾਰ ਹੈ। ਮੈਂ ਇਹਦੇ ਉੱਤੇ ਕੋਈ ਐਸੀ ਹੋਰ ਕੋਈ ਵਿਚਾਰ ਅਜੇ ਨਹੀਂ ਹੈ। ਤੇ ਇਹ ਆਰੰਭ ਹੁੰਦਾ ਜੇ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਇੱਕ ਓੰਕਾਰ ਸਤਿਗੁਰੂ। ਚੇਤੇ ਰੱਖਣਾ ਸਾਰੇ ਹੁਕਮਨਾਮਿਆਂ ਵਿੱਚ ਇੱਕ ਓੰਕਾਰ ਸਤਿਗੁਰੂ, ਗੁਰੂ ਸਾਤੀ, ਸਤਿਗੁਰੂ ਜੀ ਹੈ। ਕਿਸੇ ਥਾਂ ਤੇ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਹੀਂ ਹੈ। ਔਰ ਇੱਥੇ ਸਾਰੇ ਹੁਕਮਨਾਮਿਆਂ ਵਿੱਚ ਐਸਾ ਹੀ ਹੈ। ਇੱਥੋਂ ਆਰੰਭ ਹੋ ਗਿਆ। ਮੰਨ ਲਈਏ ਇਹ ਪਹਿਲੀ ਸਤਰ ਹੈ। ਦਾਸ ਨੇ ਇਸ ਹੁਕਮਨਾਮੇ ਨੂੰ ਆਰੰਭ ਕਰਨ ਤੋਂ ਪਹਿਲਾਂ ਤੁਸੀਂ ਦੇਖਣਾ ਏਕਾ ਲਿਖਿਆ ਹੋਇਆ, ਇਹਨੂੰ ਮੈਂ ਪਹਿਲੀ ਸਤਰ ਮੰਨਿਆ ਹੈ, ਇਸ ਨੂੰ ਦੂਜੀ ਸਤਰ ਮੰਨ ਲਿਆ, ਤੀਜੀ ਸਤਰ ਮੈਂ ਇਹਨੂੰ ਮੰਨਿਆ ਹੈ ਤੇ ਚੌਥੀ ਸਤਰ ਜਿਹੜੀ ਹੈ ਇਹ ਹੈ ਭਾਈ ਜਾਪ ਤੇ ਚੌਥੀ ਸ਼ਾਇਦ ਮੈਂ ਇਸ ਉੱਪਰਲੀ ਨੂੰ ਮੰਨਿਆ ਹੈ ਤਾਂ ਇਹ 5 ਹੋ ਗਿਆ, 6 7 8 9 10 11 12 13 ਨਹੀਂ, ਉਹਨੂੰ ਮੈਂ 70 ਵਿੱਚ ਖਿਮਾ ਕਰਨਾ ਜੀ, ਕਿਉਂਕਿ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ 'ਚ ਮੈਂ ਇਸ ਹੁਕਮਨਾਮੇ ਨੂੰ ਮਈ 17 ਨੂੰ ਤਿਆਰ ਕਰ ਲਿਆ ਸੀ ਤੇ ਵਿਸਰ ਗਈਆਂ ਨੇ। ਮੈਂ ਫਿਰ ਦੁਬਾਰਾ ਦੁਹਰਾ ਲੈਣਾ ਵਾ, ਖਿਮਾ ਕਰਨਾ ਜੀ। ਇਸ ਹੁਕਮਨਾਮੇ ਦੀਆਂ ਕੁੱਲ ਜੋ 16 ਕੁ ਸਤਰਾਂ ਬਣੀਆਂ ਹਨ। ਇਹਨਾਂ ਨੂੰ ਇਸ ਨੂੰ ਇੱਕ ਗਿਣ ਲਿਆ, ਇਸ ਸਤਰ ਨੂੰ 2 3, ਜਿੱਥੇ ਭਾਈ ਜਾਪ ਲਿਖਿਆ ਇਸ ਨੂੰ 4 ਗਿਣਿਆ ਹੈ। ਮੈਂ ਹੁਣੇ ਗਿਣ ਕੇ ਦੇਖਿਆ 4 5 6 ਇਹ 13 ਤੱਕ ਹੋ ਗਿਆ ਤੇ 14ਵੀਂ ਸਤਰ ਇਹਨੂੰ ਗਿਣਿਆ ਹੈ। ਜਿਹੜੇ ਆ ਲਿਖਿਆ ਨਾ ਦੋਏ, ਇਹ 14 ਹੋ ਗਿਆ। ਇਹ ਇੱਥੋਂ ਅਸਲ 'ਚ ਤੁਕ ਉਹ ਹੁੰਦਾ ਨੀ ਜਿਹਨੂੰ ਵਾਕ ਅੱਗੇ ਆਰੰਭ ਹੁੰਦਾ, ਫਿਰ ਮੈਂ ਪੜ੍ਹ ਕੇ ਉੱਥੋਂ ਫਿਰ ਇਹ ਵਾਕ 15 ਸ਼ੁਰੂ ਹੋ ਗਿਆ ਤੇ 16ਵੀਂ ਸਤਰ ਜਿਹੜੀ ਆ ਉਹ ਇਸ ਪਾਸੇ ਆ ਲਿਖੀ ਹੋਈ ਹੈ। ਤੇ ਹੁਣ ਆਪਾਂ ਦੁਬਾਰਾ ਜਿਹੜਾ ਹੈ ਉਹ ਆਰੰਭ ਕਰਾਂਗੇ ਤੇ ਇੱਥੇ ਜੋ ਮੇਰੇ ਪਾਸ ਹੈ ਸਭ ਕੁਝ ਲਿਖਿਆ ਹੋਇਆ, ਜਿਹੜੇ ਇਹ ਹੈ ਨਾ ਜਿਹੜੇ ਥੱਲੇ ਵਾਲਾ ਸੰਦੇਸ਼ ਜਿਹਨੂੰ ਮੈਂ ਦੂਜੀ ਸਤਰ ਤੇ ਤੀਜੀ ਆਖਿਆ ਹੋਇਆ, ਇਹ ਸਤਰ ਜਿਹੜੀ ਹੈ ਇਹ ਡਾਕਟਰ ਗੰਡਾ ਸਿੰਘ ਜੀ ਦੀ ਪੁਸਤਕ ਵਿੱਚ ਜਿਹੜਾ ਹੈ ਉਹ ਉਹਨਾਂ ਨੇ ਦਿੱਤਾ ਹੋਇਆ। ਉਹ ਇੱਕ ਪਾਸਾ ਦਿੱਤਾ ਹੋਇਆ ਜਿਵੇਂ ਹੈ ਖੱਬੇ ਪਾਸੇ ਵਾਲਾ, ਪਰ ਸੱਜੇ ਪਾਸੇ ਵਾਲਾ ਹੈ ਨਾ ਜੋ ਕੁਝ ਲਿਖਿਆ ਹੋਇਆ ਇਹ ਉਹਨਾਂ ਨੇ ਨਹੀਂ ਲਿਖਿਆ। तो मैं इनू भी थोड़ा लिखण का यतन किया है, समझण का यतन किया है, पर ये जड़ा है इत्थे नूं मैं दे ते लिया, पर हुक्मनामा जड़ा उन्हां दी पुस्तक विच जिवें आरंभ किया है मैं उस तरह ही आरंभ करांगा। मैं दोबारा फिर आरंभ करदा जी। इत्थे आप जी ने अपनी सुरती जोड़ के रखना। हुण एक ओंकार, ये मेरा पंजाबी उचारण मेरे को होया, पर यह वास्तव दे विच गुरु काल वाला उचारण नहीं है। गुरु काल विच रहेगा एकु ओंकारु सति गुरु। बहुत हुक्मनामे हैं जिन्हां दे अगे जी नहीं लिखिया होया। फिर कदे विचार करांगे। भाई जाप, भाई गुरदास,
ਇਹੋ ਹੀ ਦੋ ਨਾਮ ਪਹਿਲੇ ਹੁਕਮਨਾਮੇ ਵਿੱਚ ਆਏ ਹਨ ਔਰ ਇਹੋ ਹੀ ਦੋ ਨਾਮ ਅੱਗੇ ਬਾਬਾ ਗੁਰਦਿੱਤਾ ਜੀ ਵਾਲੇ ਹੁਕਮਨਾਮੇ ਵਿੱਚ ਆਏ ਹਨ ਔਰ ਇਹ ਦੋਵੇਂ ਗੁਰਸਿੱਖ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਕਾਲ ਦੇ ਜੋ ਸਿੱਖ ਸੰਗਤ ਸ਼ਹਿਰ ਪਟਨਾ ਵਿੱਚ ਸੀ ਉਸ ਪਾਸੇ ਦੇ ਇਹ ਸੰਗਤਾਂ ਦੇ ਮੁਖੀ ਸਨ ਤੇ ਇਹ ਹੁਕਮਨਾਮਾ ਉਹਨਾਂ ਦੋਹਾਂ ਦੇ ਨਾਮ ਤੋਂ ਆਰੰਭ ਹੁੰਦਾ ਹੈ ਭਾਈ ਜਾਪੂ ਭਾਈ ਗੁਰਦਾਸ ਅੱਗੇ ਹੈ ਭਾਈ ਮੁਰਾਰੀ मुरारी दीर्घ नहीं उचारना भाई जैता भाई दयाल गुरु गुरु जपना पिछले हुक्मनामे विच एक चीज होर वाधू सी इस तो ज्यादा जो लिखा सी करतार करतार वाचनी पर अगे भी किसी हुक्मनामे विच ओ सतर दोबारा नहीं आई और ये जो है गुरु गुरु जपना ये बार बार आया है इसका अर्थ की है इसका अर्थ जो गुरु उपदेश है उसनू जपना और ये बार बार इहो ही संदेश आप जी नूं मिलेगा इसका अर्थ ये है कि गुरु जी के काल विच केवल इतना ही कहा जाता सी कि जो गुरु जी बचन करते हैं उन्हां बचनां नूं समझना उन्हां बचनां नूं मनना गुरु गुरु जपना और इत्थे ये भी चेते रखना गुरु हरगोबिंद जी लिख रहे हैं इस पत्र नूं पटने नूं पत्र जा रहा है गुरु हरगोबिंद जी 1609 नूं 1606 नूं गुरियाई ते बराजमान हुंदे हन ये हुक्मनामा कदों कदा हो सकता है उन्हां दे गुरियाई बराजन तो बाद तां उन्हां दे हुक्मनामे विच की अर्थ होया क्योंकि श्री गुरु हरगोबिंद जी ने उन्होंने अपनी कोई उन्होंने बाणी नहीं है फिर अर्थ की होएगा चेते रखना क्योंकि सब गल्लां बहुत डूंघियां हन वास्तव दे अंदर सिख धर्म दे बानी श्री गुरु नानक देव जी और उदों तो लैके ये गल सिख लोकां विच प्रचलित सी और इहो ही हो सकता है कि गुरु नानक जी दे सिख गुरु जी दे बचनां नूं जिन्हों आपां शब्द आखदे हां बाणी आखदे हां बचन आखदे हां उन्हां नूं गुरु जी दे पास आके जो लिखे होंदे सी बचन गुरु जी दे अपने उस तो उतारा कर लेंदे सी उतारा शब्द असल विच ना हुण प्रचलित हो गया जिहड़ी आपां ओह एक नवां विशा सिख रहे हैं ना उत्थे तुसीं दोबारा उत्थे आपां याद रखना आपां करांगे कि वेले दे नाल ना शब्द बदलदे हन शब्दां दे अर्थां विच भी परिवर्तन आ जांदा है मेरे मुख विचों उतारा निकलिया क्योंकि प्रचलित है पर गुरु काल विच ये शब्द उतारा प्रचलित नहीं सी उस काल विच की सी नकल करना पर अज नकल का अर्थ होर हो गया असल विच इस करके उतारा होर अर्थ विच आ गया नकल होर अर्थ विच आ गया पर गुरु काल विच जो सी ना किसी एक पोथी नूं सामने मान लो मैं मेरे सामने एक अज कोई पोथी होवे
मैं उस पोथी तो अगे नवी पोथी लिख रहा। अज दे वेले उसनूं कहा जाएगा कि उतारा कीता, पर गुरु काल विच सी कि मैं उस पत्रे दा नकल कीता। और ये प्राचीन हथ लिखतां विच मौजूद है। श्री गुरु रामदास जी दस्तखतां का नकल, नकल का नकल, नकल का नकल, उहदा अर्थ ये है। हाँ जी, ते गुरु नानक जी दे वेले तो लैके सिख सतगुरु जी पास आके उस संगत विचों जिहड़ा भी सिख गुरमुखी लिखना जानदा सी ਤਾਂ ਉਹ ਇਸ ਪੰਜਾਬੀ ਲਿਪੀ ਦੇ ਵਿੱਚ ਗੁਰੂ ਸ਼ਬਦ ਨੂੰ ਲੈ ਜਾਂਦਾ ਸੀ। ਔਰ ਫਿਰ ਉਹ ਜਾ ਕੇ ਆਪਣੇ ਸੰਗਤਾਂ ਨੂੰ ਗੁਰੂ ਜੀ ਦਾ ਬਚਨ ਦੱਸਦਾ ਸੀ। ਉਸੇ ਸ਼ਬਦ ਨੂੰ ਸਿੱਖ ਪੜ੍ਹਦੇ ਸਨ, ਉਸੇ ਨੂੰ ਗਾਇਆ ਕਰਦੇ ਸੀ। ਤੇ ਉਹਦੇ ਵਿੱਚ ਜੋ ਸ਼ਬਦ ਬਚਨ ਕੀਤਾ ਹੁੰਦਾ ਸੀ ਨਾ, ਉਹਦੀ ਉਹ ਕਮਾਈ ਕਰਦੇ ਸੀ, ਉਹਦੇ ਅਨੁਸਾਰ ਜੀਵਨ ਜੀਂਦੇ ਸੀ। ਕਮਾਈ ਕਰਨ ਦਾ ਅਰਥ ਕਿ ਉਹਦੇ ਅਨੁਸਾਰ ਜੀਵਨ ਜੀਂਦੇ ਸੀ। ਤੇ ਹੁਣ ਉਸੇ ਹੀ ਰੂਪ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸੰਦੇਸ਼ ਜਾ ਰਿਹਾ ਹੈ ਕਿ ਗੁਰੂ ਗੁਰੂ ਜਪਣਾ। ਇਹਦਾ ਅਰਥ ਕੀ ਹੋਇਆ ਕਿ ਜਿਹੜੀ ਬਾਣੀ ਵਚਨ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪ੍ਰਚਲਿਤ ਹਨ, ਆਪ ਜੀ ਨੇ ਉਹ ਜਾਪ ਕਰਨਾ, ਉਹਨਾਂ ਉਪਦੇਸ਼ਾਂ ਨੂੰ ਜਪਣਾ, ਉਹਨਾਂ ਉਪਦੇਸ਼ਾਂ ਨੂੰ ਮੰਨਣਾ। ਜਨਮ ਸਵਰੂ ਆ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਹੈ ਨਾ ਕਿ ਹੁਣ ਕਈ ਗੱਲਾਂ ਨੇ ਕਿ ਉਹ ਸਾਰੀਆਂ ਇੱਥੇ ਸਪਸ਼ਟ ਨਹੀਂ ਹੁੰਦੀਆਂ, ਕਿਉਂਕਿ ਹੁਕਮਨਾਮੇ ਪੀੜ੍ਹੀ ਦਰ ਪੀੜ੍ਹੀ ਇੱਕ ਹੱਥ ਤੋਂ ਦੂਜੇ ਹੱਥ ਤੱਕ, ਦੂਜੇ ਹੱਥ ਤੋਂ ਤੀਜੇ ਹੱਥ ਤੱਕ ਗਏ। ਹੁਣ ਕਿੱਥੇ ਕੀ ਬਦਲਾਵ ਆਇਆ। ਹੁਣ ਇਹ ਫੋਟੋ ਹੈ ਸਾਡੇ ਪਾਸ, ਇਹ ਵੀ ਕੀ ਕਹਿੰਦੇ ਨੇ ਕਿ ਉਸ ਕਰਤਾਰ ਦਾ ਸ਼ੁਕਰ ਧੰਨਵਾਦ ਕਿ ਜਿੱਥੋਂ ਸਾਨੂੰ ਬਹੁਤ ਕੁਝ ਸਮਝ 'ਚ ਆ ਸਕਦਾ ਹੈ। ਤੁਸੀਂ ਇਹਨੂੰ ਦੇਖਣਾ, ਆ ਜਿਹੜਾ ਇਹਦੇ ਤੇ ਲੀਕਾਂ ਲਾਈਆਂ ਹਨ, ਇਹ ਵਾਸਤਵ ਵਾਲੇ ਹੁਕਮਨਾਮੇ ਵਿੱਚ ਜਾਂ ਜਿਹੜਾ ਲਖਾਰੀ ਹੈ ਜਾਂ ਜੋ ਪਹਿਲਾ ਹੁਕਮਨਾਮਾ ਭੇਜਿਆ ਗਿਆ ਸੀ ਉਹਨਾਂ ਨਹੀਂ ਲਾਈਆਂ, ਇਹ ਬਾਅਦ ਵਿੱਚ ਲਾਈਆਂ ਹਨ। ਆ ਜਿਹੜੇ ਆ ਬੂਟੇ ਪਾਏ ਹਨ, ਇਹ ਵੀ ਬਾਅਦ ਦੇ ਪਾਏ ਹਨ। ਔਰ ਮੈਂ ਆਪ ਜੀ ਨੂੰ ਥੋੜਾ ਹੋਰ ਦੱਸਦਾ, ਕੁਝ ਪ੍ਰਾਚੀਨ ਹੱਥ ਲਿਖਤਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਿੱਥੇ ਬੂਟੇ ਤੇ ਰੰਗ ਆਦਿਕ ਪਾਏ ਗਏ ਹਨ। ਮੈਂ ਇਹਦੇ ਉੱਤੇ 100% ਤਾਂ ਨਹੀਂ ਕਹਿ ਸਕਦਾ, ਕਿਉਂਕਿ ਅਜੇ ਇਹਦੇ ਉੱਤੇ ਹੋਰ ਸਮਝਣਾ ਬਾਕੀ ਹੈ। ਪਰ ਜਿੱਥੇ ਤੱਕ ਜਿਤਨਾ ਕੋ ਅਧਿਐਨ ਕੀਤਾ ਹੈ ਕਿ ਪ੍ਰਾਚੀਨ ਕਾਲ ਵਿੱਚ ਗੁਰੂ ਕਾਲ ਦੇ ਅੰਦਰ ਇਸ ਸੋਨੇ ਚਾਂਦੀ ਨੂੰ ਜਾਂ ਵਿਖਾਵੇ ਨੂੰ ਜਾਂ ਰੰਗਾਂ ਨੂੰ ਕੋਈ ਮਾਨਤਾ ਨਹੀਂ ਸੀ ਹੁੰਦੀ, ਕੋਈ ਸਥਾਨ ਨਹੀਂ ਸੀ ਹੁੰਦਾ। ਇਹ ਇੱਕ ਸੰਦੇਸ਼ ਹੈ। ਤਾਂ ਇਹ ਜੋ ਕੀਤਾ ਗਿਆ ਇਹ ਬਾਅਦ ਵਿੱਚ ਸਹਿਜੇ ਸਹਿਜੇ ਕਿਸਨੇ ਕੀਤਾ, ਕਿਵੇਂ ਕੀਤਾ, ਉਹਦਾ ਮੇਰੇ ਪਾਸ ਨਹੀਂ ਹੈ। ਤੇ ਇਹ ਹੈ ਜੀ ਜਨਮ ਸਵਰੂ। ਹਾਂ, ਮੈਂ ਗੱਲ ਇਹ ਕਰ ਰਿਹਾ ਸੀ ਕਿ ਹੁਣ ਇੱਥੇ ਸਵਰੂ ਦਾ ਜੋ ਰ ਹੈ ਉੱਥੇ ਦੀਰਘ ਊ ਵੀ ਲੱਗਾ ਹੋਇਆ ਤੇ ਐ ਸੁਰ ਦੇ ਚਿੰਨ੍ਹ ਵੀ ਲੱਗੇ ਹੋਏ ਹਨ, ਜਿਹਨੂੰ ਆਪਾਂ ਦੋਲਾਵਾਂ ਤੇ ਔਂਕੜ ਆਖਦੇ ਹਾਂ। ਮੈਂ ਇਹ ਸ਼ਬਦ ਨਹੀਂ ਵਰਤਦਾ। ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਹੋਰਾ, ਕਨੌੜਾ, ਇਹ ਮੈਂ ਸ਼ਬਦ ਨਹੀਂ ਵਰਤਦਾ। ਮੈਂ ਇਹਨਾਂ ਨੂੰ ਸਵਰ ਚਿੰਨ੍ਹ ਆਖਦਾ ਹਾਂ, ਸੁਰ ਚਿੰਨ੍ਹ। ਤਾਂ ਇਹ ਜਿਹੜੇ ਸੁਰ ਚਿੰਨ੍ਹ ਹਨ, ਇੱਥੇ ਵੀ ਥੱਲੇ ਵੀ ਰੂ ਲੱਗੇ ਹੋਏ ਹਨ, ਉੱਤੇ ਵੀ ਰੈ। ਜੇ ਤਾਂ ਦੋਵਾਂ ਚੋਂ ਪੜ੍ਹਿਆ ਤੇ ਇੱਕ ਹੀ ਜਾ ਸਕਦਾ ਹੈ, ਤਾਂ ਇੱਥੇ ਦੋ ਲੱਗੇ ਹੋਏ ਹਨ। ਤਾਂ ਮੇਰੇ ਕਹਿਣ ਦਾ ਭਾਵ ਕੇਵਲ ਇਹੋ ਹੀ ਹੈ, ਆ ਸ ਦੇ ਉੱਤੇ ਵੀ ਇਹ ਦਾ ਚਿੰਨ੍ਹ ਜਿਹੜਾ ਹੈ ਉਹ ਲੱਗਾ ਹੋਇਆ ਹੈ। ਤਾਂ ਕੁਝ ਚਿੰਨ੍ਹ ਇਸ ਪ੍ਰਕਾਰ ਲੋੜ ਤੋਂ ਵਧੇਰੇ ਹਨ। ਇਹ ਮੂਲ ਲਿਖਾਰੀ ਤੋਂ ਪਿੱਛੋਂ ਕਿਸੇ ਨੇ ਲਾਏ ਜਾਂ ਕੁਝ ਹੋਰ ਹੈ। ਮੈਂ ਇਹਦੇ ਉੱਤੇ ਬਹੁਤ ਜ਼ਿਆਦਾ ਨਹੀਂ ਬੋਲਾਂਗਾ। ਮੈਂ ਇਸ ਸੰਖੇਪ ਮਾਤਰ ਆਪ ਜੀ ਦੇ ਦ੍ਰਿਸ਼ਟੀਗੋਚਰ ਕੀਤਾ, ਕਿਉਂਕਿ ਗੁਰੂ ਨਾਨਕ ਸਿੱਖ ਸਭਾ ਤੇ ਜਿਹੜੇ ਸਾਥੀ ਹੁਣ ਵੀ ਜੁੜੇ ਹੋਏ ਹਨ, ਇਹ ਸਾਰੇ ਇਸ ਮਨੋਰਥ ਨਾਲ ਜੁੜੇ ਹੋਏ ਹਨ ਕਿ ਅਸੀਂ ਇਹਨਾਂ ਹੁਕਮਨਾਮਿਆਂ ਦੇ ਵਿੱਚੋਂ ਇਹ ਸਮਝਣਾ ਹੈ ਕਿ ਹੁਕਮਨਾਮੇ ਗੁਰੂ ਕਾਲ ਵਿੱਚ ਕੀ ਲਿਖਦੇ ਸੀ, ਕਿਵੇਂ ਦਾ ਲਿਖਦੇ ਸੀ, ਕਿਹੜੇ ਸਿੱਖ ਸਨ, ਕਿਹੜੇ ਥਾਂ ਸਨ, ਕਿਹੜੇ ਸੰਦੇਸ਼ ਸਨ, ਗੁਰੂ ਜੀ ਕੀ ਉਹਨਾਂ ਨੂੰ ਸੱਦ ਭੇਜਦੇ ਸੀ, ਉਧਰੋਂ ਸੰਗਤਾਂ ਵੱਲੋਂ ਕੀ ਆਉਂਦਾ ਸੀ। ਔਰ ਇੱਥੇ ਤੱਕ ਬਹੁਤਿਆਂ ਦਾ ਇੱਥੇ ਤੱਕ ਨਹੀਂ ਵੀ ਪਹੁੰਚਦੇ
पर असी इस तो भी पिछे एक होर जिथे जो जाना है वो है कि जो गुरु काल वेले साडी इस पंजाबी बोली दी जो लिपि है पंजाब दी वो किस रूप विच सी, किस आकार विच सी, क्योंकि इहदे पिछे बहुत कुछ समझना ते जिहदे नाल बहुत कुछ स्पष्टता होनी है वो साडा अजे मनोरथ है, जिस करके दास कदे कदे ये करेगा। ते मैं हुण अगे उस तरह उच्चारण करदा रहांगा जितना को मैनू सही लगेगा। ते अगे है जन्म सवरू। इत्थे जन्म सवरू दा अर्थ संखेप कर लेंदे हां कि जिहड़ा भी गुरु उपदेश नूं जीवन विच ग्रहण करदा है, सब तो पहली गल ये हुंदी है कि उस मनुख दा जीवन निर्विकार हो जाता है। जीवन निश्चिंत हो जाता है। जीवन संसारिक रीतां रस्मां तो उच्चा उठ जाता है। जिवें जिवें शब्द मनुख दे अंदर जाता है सुरती विच, फिर कदी व्याख्या करांगे, इस तरह उहदा इहो जीवन जिहड़ा है वो संवर जाता है। संगति दी कामना पूरी होगू। मैं इत्थे थोड़ा हाँ इस तरह ही डॉक्टर गंडा सिंह जी ने भी किया है कि संगत की जो मनोकामना है पूरी होवेगी, जो उन्होंने मन की इच्छा है। चेते रखना जिस दे जीवन विच शब्द हुंदा है, जो निर्विकार हुंदा है, उहदी मनोकामना फिर अपने आप ही पूरी होगी। इहदा अर्थ ये नहीं है कि उस काल विच जिन्ने सुखना सुखी है वो सुखना पूरी होवेगी, जिस तरह अज सब लोग करते हैं। गुरु नानक काल विच, सतगुरु जी के काल विच ऐसियां मनोकामनावां फिर कदी करांगे कि जो देखो जो गुरु नानक दा दर सी ना लोकां लई, ਉਹਦੇ ਲਈ ਤੁਸੀਂ ਇੱਕ ਤੁਕ ਚੇਤੇ ਰੱਖਣਾ। ਮੈਨੂੰ ਜੀਵਨ ਵਿੱਚ ਮੇਰਾ ਤਾਂ ਜਿਹਨੂੰ ਕਹਿੰਦੇ ਕਿ ਸਾਹਮਣੇ ਸਦਾ ਉਹੀ ਮੇਰੇ ਸਾਹਮਣੇ ਰਹਿੰਦੀ ਹੈ ਕਿ ਉਹ ਸੱਚਿਆਰਾ ਹੋਈ ਹੈ। ਗੁਰੂ ਜੀ ਕੋਲ ਆਉਂਦੇ ਹੀ ਉਹ ਲੋਕ ਸੀ ਜਿਨ੍ਹਾਂ ਨੇ ਜੀਵਨ ਨੂੰ ਸੱਚਿਆਰ ਕਰਨਾ ਹੈ। ਗੁਰੂ ਜੀ ਕੋਲ ਐਸਾ ਕੋਈ ਵਿਅਕਤੀ ਨਹੀਂ ਸੀ ਆਉਂਦਾ ਸੰਸਾਰਿਕ ਵਾਸ਼ਨਾਵਾਂ ਪੂਰੀਆਂ ਕਰਨ ਵਾਲਾ। मैं इत्थे संकोच लेना अपने आप नूं। कामना पूरी होग संगति दा रुजगारू होग। संगत दा रुजगार होवेगा, रोटी रिजक मिलेगा। संगति दी कार जू लहगू जो संगति दी कार करेगा। गुरु दी आज्ञा है। देखो संगति दी कार जो लहगू भाव कि संगत लई संगति लई सेवा करनी, इस तरह का अर्थ है। अगे है गुरु दी आज्ञा है ही। ये है ही शब्द सही है उस काल विच वरत्या जांदा सी। गुरु दी आज्ञा है अज दी बोली च हो जाएगा है, उस बोली च है भी होवेगा पर है ही प्रचलित सी। अगे है कीर्तन करना। ये शब्द भी अगे किसी हुक्मनामे विच नहीं आया, पर इत्थे लिखिया होया आप जी ने कीर्तन करना। संगत नूं आदेश है कीर्तन करना।
ਤਾਂ ਉਸ ਕਾਲ ਵਿੱਚ ਸੰਗਤ ਜੋ ਹੈ ਉਹ ਸ਼ਬਦ ਨੂੰ ਪੜਿਆ ਕਰਦੇ ਸੀ, ਕੀਰਤਨ ਰੂਪ ਵਿੱਚ ਕਰਿਆ ਕਰਦੇ ਸੀ। ਇੱਕ ਦਾਸੀ, ਇੱਕ ਦਾਸ, ਭਲੀ ਜੁਗਤੀ ਰਹਿਣਾ। ਜਿਵੇਂ ਇੱਕ ਦਾਸ ਹੁੰਦਾ ਨਾ, ਇਹ ਬਹੁਤ ਵੱਡਾ ਸ਼ਬਦ ਹੈ। ਦਾਸ ਦਾਸ ਇੱਕ ਐਸਾ ਸ਼ਬਦ ਹੈ ਕਿ ਜਿੱਥੇ ਜਾ ਕੇ ਮਨੁੱਖ ਦੇ ਅੰਦਰੋਂ ਪੂਰੀ ਤਰ੍ਹਾਂ ਆਪਣੀ ਮਨਮਤ ਮੁੱਕ ਜਾਂਦੀ ਹੈ, तो गुरु जी दे सामने अपने आप ਨੂੰ ਦਾਸ ਰੂਪ ਵਿੱਚ ਸਮਝਦਾ ਹੈ। ਦਾਸ ਇੱਕ ਹੋਰ ਪ੍ਰਕਾਰ ਦਾ ਸ਼ਬਦ ਹੈ ਜੋ ਗੁਰੂ ਜੀ ਦੇ, ਗੁਰੂ ਨਾਨਕ ਜੀ ਦੇ ਜਨਮ ਤੋਂ ਵੀ 1.5-2,000 ਬਰਸ ਜਾਂ 3,000 ਬਰਖ ਪਹਿਲਾਂ ਪ੍ਰਚਲਿਤ ਹੋਇਆ ਸੀ। ਉਹ ਬੜੀ ਇੱਕ ਪ੍ਰਥਾ ਭਿਆਨਕ ਸੀ। ਤਾਂ ਇਹਦਾ ਅਰਥ ਹੈ ਦਾਸ ਰੂਪ ਵਿੱਚ। ਦਾਸ ਰੂਪ ਵਿੱਚ ਕਿ ਗੁਰੂ ਜੀ ਦੇ ਹੁਕਮ ਨੂੰ 100% ਮੰਨਣਾ, ਹੁਕਮ ਨੂੰ ਮੰਨਣਾ। ਕੋਈ ਉਹਦੇ ਗੁਰੂ ਜੀ ਦੇ ਹੁਕਮ ਨੂੰ ਇਨਕਾਰ ਹੀ ਨਹੀਂ ਕਰਨਾ, ਕੋਈ ਗੁਰੂ ਜੀ ਦੇ ਬਚਨਾਂ ਦਾ ਤਿਆਗ ਨਹੀਂ ਕਰਨਾ, ਕੋਈ ਗੱਲ ਛੱਡਣੀ ਨਹੀਂ। ਔਰ ਜਿਹੜੀ ਇੱਕ ਬੜੀ ਵੱਡੀ ਇਹਦੇ 'ਚ ਹੋਰ ਗੱਲ ਹੈ ਜਿਹੜੀ ਅੱਜ ਦੇ ਲੋਕ ਨਹੀਂ ਕਰਦੇ, ਪਤਾ ਕਿਹੜੀ? ਗੁਰੂ ਜੀ ਦੇ ਹੁਕਮ ਨੂੰ ਮੰਨਣਾ ਹੈ, ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਜਿਵੇਂ ਅੱਜ ਲੋਕ ਕਰ ਰਹੇ ਹਨ। ਇੱਕ ਦੋ ਨਹੀਂ, ਲੱਖਾਂ, ਹਜ਼ਾਰਾਂ, ਕਰੋੜਾਂ ਦੀ ਗਣਨਾ ਦੇ ਵਿੱਚ ਕਰ ਰਹੇ ਹਨ ਔਰ ਹਰ ਥਾਂ ਤੇ ਹੋ ਰਿਹਾ ਹੈ। ਇੱਥੇ ਮੈਂ ਨਹੀਂ ਰੁਕਾਂਗਾ, ਇਹ ਬਹੁਤ ਡੂੰਘਾ ਸ਼ਬਦ ਹੈ। ਭਲੀ ਜੁਗਤੀ ਰਹਿਣਾ, ਮੈਂ ਜੁਗਤੀ ਸੰਗਤੀ ਸ਼ਬਦ ਵਰਤ ਰਿਹਾ, ਪਤਾ ਕਿਉਂ? ਉਸ ਕਾਲ ਦੀ ਬੋਲੀ ਵਿੱਚ ਇਹ ਸ਼ਬਦ ਐਸੇ ਹੀ ਪ੍ਰਚਲਿਤ ਸੀ। ਜੁਗਤ ਸੰਗਤ ਅੱਜ ਦੀ ਪੰਜਾਬੀ ਵਿੱਚ ਬਦਲ ਗਿਆ 500 ਸਾਲ ਬਾਅਦ। ਜੋ ਤੀ ਉਚਾਰਨ ਸੀ ਉਹ ਤ ਹੋ ਗਿਆ। ਗੁਰਬਾਣੀ ਵਿੱਚ ਸਾਰੇ ਉਚਾਰਨ ਹੈ, ਸਵਸਤੀ, ਸੰਗਤੀ, ਜੁਗਤੀ, ਜਾਤੀ। ਅੱਜ ਉਹ ਪੰਜਾਬੀ ਵਿੱਚ ਸ਼ਬਦ ਜਿਹੜੇ ਨੇ ਉਹ ਬਦਲ ਗਏ। ਚੇਤੇ ਰੱਖਣਾ, ਜਦ ਗੁਰਬਾਣੀ ਕਾਲ ਦੀ ਪੰਜਾਬੀ ਪੜਾਂਗੇ ਤੇ ਗੁਰਬਾਣੀ ਕਾਲ ਵਾਲੀ ਪੜਾਂਗੇ, ਅੱਜ ਵਾਲੀ ਪੰਜਾਬੀ ਪੜਾਂਗੇ ਤੇ ਅੱਜ ਵਾਲੇ ਕਾਲ ਦੀ ਪੰਜਾਬੀ ਪੜਾਂਗੇ ਔਰ ਲਿਖਾਂਗੇ ਵੀ ਅੱਜ ਵਾਲੇ ਕਾਲ ਦੀ। ਅੱਗੇ ਜੀ ਹੈ ਜੀ, ਭਲੀ ਜੁਗਤੀ ਰਹਿਣਾ। ਬਹੁਤ ਸੋਹਣੀ ਜੁਗਤ ਵਿੱਚ ਹੁੰਦਾ ਨਹੀਂ ਭਲਾ, ਬਹੁਤ ਨਿਰਵਿਕਾਰ ਐਸਾ ਜੀਵਨ ਜੀਣਾ। ਅੱਗੇ ਸ਼ਬਦ ਹੈ, ਮਾਸ ਮੱਛੀ ਦੇ ਨੇੜੇ ਨਾਹੀ ਆਵਣਾ। ਇਹਦੇ ਉੱਤੇ ਅਸੀਂ ਵੈਸੇ ਕੱਲ ਦੇ ਵਿਚਾਰ ਕਰ ਰਹੇ ਹਾਂ, ਪਰ ਇਹਨੂੰ ਅਸੀਂ ਇੱਥੇ ਛੱਡ ਦਿੰਦੇ ਹਾਂ। ਅੱਜ ਗੁਰੂ ਜੀ ਦਾ ਸੰਦੇਸ਼ ਇਹੋ ਹੀ ਹੈ ਸੰਖੇਪ ਮਾਤਰ ਵਿੱਚ, ਕਿ ਮਾਸ ਮੱਛੀ ਦੇ ਨੇੜੇ ਨਹੀਂ ਆਵਣਾ। ਮਾਸ ਮੱਛੀ ਦੇ ਨੇੜੇ ਨਾਹੀ ਆਵਣਾ। तो मेरी जाचे पहली गल तो बड़ी स्पष्ट है कि गुरमत दे अंदर मांस खाना या ना खाना ऐसा विवाद गुरु काल विच नहीं सी। ये हुण दे, और मैं बड़ा स्पष्ट बोलदा हाँ क्योंकि मैं इसे खेतर विच मेरे जीवन के 40-50 बरख बीत चले हैं। कुछ कु लोग, मैं डेरेदारी कहांगा, उन्होंने एक वड्डा सारा वाद विवाद बना के चलाया होया है। पर सच्ची गल यह है, क्योंकि मैं इस गल नूं मनदा सी, मैं इस गल नूं 1992 तक मनदा रहा कि मूँह दे लालची खाण वाले लोग करते रहे, करते ने फलाना ढिंगड़ा। पर मैं अज तक भी तुसीं देखोगे कि जिहड़ी वड्डी सारी गल मैं इत्थे कह के अगे चला जांदा हाँ, वो है कि पाप हुंदा है, जीव हत्या हुंदी है। पर गुरु प्यारिओ, ये हर थां ते हुंदी है, हर वेले साडे पासों हुंदी है। असीं पानी पीने उहदे विच भी जीव है। गोहे अते लकड़ी अंदर ही कीड़ा होए, जीव हर थां ते है। मैं ये नहीं कह रहा
मैं ना खाण वालियां विचों हाँ, ना मैं खुआण वालियां विचों हाँ। पर एक जो दुविधा बना ਦਿੱਤੀ ਆ ਕੁਝ ਲੋਕਾਂ ਨੇ, ਉਹ ਬਹੁਤ ਮਾੜਾ ਕੀਤਾ ਹੈ। ਔਰ ਜੇ ਖਾਣ ਦੀ ਗੱਲ ਕਰੇ ਤੇ ਮੈਨੂੰ ਗੁਰੂ ਨਾਨਕ ਦੇ ਉਹ ਬਚਨ ਤੁਹਾਨੂੰ ਵੀ ਯਾਦ ਹੋਵੇਗਾ, ਮੈਂ ਦੁਹਰਾ ਕੇ ਅੱਗੇ ਜਾਂਦਾ ਹਾਂ। ਹਾਂ, ਇਹਦਾ ਮਨੋਰਥ ਕੀ ਹੈ, ਇਹ ਇੱਕ ਵੱਖਰੀ ਚੀਜ਼ ਹੈ। ਜਦੋਂ ਤੁਸੀਂ ਇੱਥੇ ਮਨੋਰਥ ਕੀ ਨਿਕਲ ਸਕਦਾ ਹੈ, ਮੈਂ ਕਿਹਾ ਨਾ ਅੱਜ ਆਰੰਭ ਦੇ ਵਿੱਚ ਵੀ ਕੁਝ ਚੀਜ਼ਾਂ ਅਸੀਂ ਅੰਤ ਵਿੱਚ ਜਾ ਕੇ ਦੇਖਾਂਗੇ, ਜਦੋਂ ਬਾਕੀ ਹੁਕਮਨਾਮਿਆਂ ਵਿੱਚ ਵੀ ਦੇਖਾਂਗੇ ਤੇ ਗੱਲ ਸਪਸ਼ਟ ਹੋ ਜਾਏਗੀ। ਆਪ ਜੀ ਚੇਤੇ ਰੱਖਣਾ, ਮੈਨੂੰ ਜਿੰਨਾ ਕੁਝ ਸਮਝ ਵਿੱਚ ਆਇਆ ਕਿ ਮੇਰੀ ਦ੍ਰਿਸ਼ਟੀ ਵਿੱਚ, ਮੇਰੀ ਸਮਝ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 10 ਗੁਰੂ ਸਾਹਿਬਾਨ ਕੇਵਲ ਸਰੀਰ ਵੱਖਰੇ ਹਨ, ਉਹਨਾਂ ਸਭ ਦੇ ਅੰਦਰ ਜੋ ਗਿਆਨ ਰੂਪੀ ਜੋਤ ਹੈ, ਉਹ ਸਭ ਦੇ ਅੰਦਰ ਇੱਕ ਹੈ, ਦੋ ਨਹੀਂ। ਔਰ ਮੈਂ ਇਸ ਗੱਲ ਦੇ ਉੱਤੇ ਅੱਜ ਵੀ ਦ੍ਰਿੜ ਹਾਂ ਕਿ ਸਿੱਖੀ ਦੇ ਨੇਮ ਅਤੇ ਅਸੂਲ ਮਰਿਆਦਾ ਉਹੋ ਹੀ ਰਹੀ ਹੈ ਜਿਹੜੀ ਬਾਬਾ ਮਰਦਾਨਾ ਜੀ ਦੇ ਕਾਲ ਵਿੱਚ ਸੀ। ਔਰ ਉਹ ਮਰਿਆਦਾ ਜਿਹੜੀ ਮਨੁੱਖਤਾ ਨੂੰ ਚਾਹੀਦੀ ਹੈ, ਜੋ ਮਾਨਵਤਾ ਨੂੰ ਚਾਹੀਦੀ ਹੈ। ਤਾਂ ਇੱਥੇ ਮੈਂ ਆਪ ਜੀ ਨੂੰ, ਜੋ ਮੈਨੂੰ ਮੇਰੇ ਖਿਆਲ 'ਚ ਇਸ ਤੁਕ ਨੂੰ ਵਿਚਾਰਦੇ ਹਾਂ, ਕੋਈ ਜ਼ਿਆਦਾ ਨਹੀਂ ਤੇ ਮੈਨੂੰ ਕਈ ਮਾਹ ਬੀਤ ਚੁੱਕੇ ਨੇ, ਤਾਂ ਮੈਂ ਜੋ ਦੇਖਿਆ ਕਿ ਜੋ ਪਟਨਾ ਸ਼ਹਿਰ ਹੈ, ਉੱਥੇ ਅਕਸਰ ਲੋਕ ਮੱਛੀ ਫੜਦੇ ਨੇ। ਔਰ ਮੈਂ ਇਸ ਗੱਲ ਨੂੰ ਯਤਨ ਕਰ ਰਿਹਾ ਕਿ ਮੈਂ ਕਰ ਸਕਾਂ, ਪਤਾ ਕਿਹੜੀ, ਕਿ ਕਿਸੇ ਵੀ ਜੀਵ ਪ੍ਰਾਣੀ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਕਿਸੇ ਵੀ ਜੀਵ ਪ੍ਰਾਣੀ ਨੂੰ ਜਾਣ ਬੁੱਝ ਕੇ ਨਾ ਦਿਓ। ਮੇਰੇ ਕੋਲ ਹੋ ਰਿਹਾ, ਦੇਖੋ ਹਰ ਵੇਲੇ ਕੀੜੇ ਮਕੌੜੇ ਪੈਰ ਧਰਦਿਆਂ ਤੁਰਦਿਆਂ ਫਿਰਦਿਆਂ ਹਜ਼ਾਰਾਂ ਹੋ ਰਿਹਾ, ਪਰ ਜਾਣ ਬੁੱਝ ਕੇ ਕਿਸੇ ਨੂੰ ਫੜ ਕੇ, ਕਿਸੇ ਵੀ ਜੀਵ ਨੂੰ, ਚਾਹੇ ਕੁੱਤਾ ਹੈ, ਬਿੱਲੀ ਹੈ। ਮੇਰੇ ਤੇ ਬਚਪਨ ਦੀਆਂ ਕਿੰਨੀਆਂ ਭੁੱਲਾਂ ਨੇ, ਅਸੀਂ ਡੰਗਰਾਂ ਨੂੰ, ਪਸ਼ੂਆਂ ਨੂੰ ਕਿੰਨਾ ਕੁੱਟਦੇ ਸੀ, ਮਾਰਦੇ ਸੀ, ਜਿਨ੍ਹਾਂ ਨੂੰ ਨਾਲੇ ਉਹਨਾਂ ਨਾਲ ਹਲ ਵਾਹੁਣਾ। ਔਰ ਅੱਜ ਵੀ ਇਸੇ ਤਰ੍ਹਾਂ ਉਹਨਾਂ ਨਾਲ ਘੋੜਿਆਂ ਗਧਿਆਂ ਦੇ ਨਾਲ ਵੇਖੋ ਕੀ ਕੁਝ ਹੋ ਰਿਹਾ। ਤਾਂ ਮੇਰੇ ਮਨ ਨੇ ਇਸ ਤਰ੍ਹਾਂ ਹੀ ਮੰਨਿਆ ਕਿ ਕਿਸੇ ਜੀਵ ਨੂੰ ਤਰਸਾਣਾ, ਦੁੱਖ ਦੇਣਾ, ਇਹ ਬਹੁਤ ਮਾੜੀ ਗੱਲ ਹੈ। ਤਾਂ ਮੇਰੇ ਖਿਆਲ ਵਿੱਚ ਉਸ ਕਾਲ ਵਿੱਚ ਇਹ ਚੀਜ਼ ਜਿਹੜੀ ਮਾਸ ਮੱਛੀ ਵਾਲੀ ਚੀਜ਼ ਹੈ, ਇਹ ਉਸ ਕਾਲ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਸੀ। ਤਾਂ ਜਿਸ ਪਾਸਿਓਂ ਸਤਿਗੁਰੂ ਜੀ ਕਿਸੇ ਜੀਵ ਨੂੰ ਫੜਨਾ, ਉਹਨੂੰ ਦੁੱਖ ਦੇਣਾ, ਤਸੀਹੇ ਦੇਣੇ, ਔਰ ਉਸੇ ਕੰਮ ਵਿੱਚ ਹੀ ਰੁੱਝੇ ਰਹਿਣਾ, ਉਸੇ ਕੰਮ ਵਿੱਚ ਹੀ ਰੁੱਝੇ ਰਹਿਣਾ, ਤਾਂ ਇਸ ਪ੍ਰਕਾਰ ਦਾ ਕੁਝ ਜਿਹੜਾ ਸੰਦੇਸ਼ ਹੈ ਮੇਰੇ ਮਨ 'ਚ ਲੱਗ ਰਿਹਾ ਕਿ ਐਸਾ ਕੁਝ ਸੀ। ਤੇ ਬਾਕੀ ਜਿਹੜੀਆਂ ਵਿਚਾਰਾਂ ਨੇ, ਮੈਂ ਆਪ ਜੀ ਨੂੰ ਇੱਥੇ ਗਿਆਤ ਹੈ ਕਿ ਮੇਰੇ ਵੱਡੇ ਵੀਰ ਕਿਰਪਾਲ ਸਿੰਘ ਜੀ ਨੇ ਦੱਸਿਆ ਹੈ। ਮੈਨੂੰ ਨਹੀਂ ਪਤਾ ਕਿ ਇੱਕ ਹੋਰ ਪੁਸਤਕ ਜਿਹੜੀ ਹੈ ਛਪ ਰਹੀ ਹੈ ਹੁਕਮਨਾਮਿਆਂ ਉੱਤੇ, ਉਹਦੇ ਵਿੱਚ 200 ਤੋਂ ਵਧੇਰੇ ਹੁਕਮਨਾਮੇ ਹਨ। ਤੇ ਉਸ ਪੁਸਤਕ ਦੇ ਛਪਣ ਦੇ ਨਾਲ ਨਵੇਂ ਵਿਦਵਾਨਾਂ ਦੀ ਜੋ ਨਵੀਂ ਖੋਜ ਹੈ ਸਾਹਮਣੇ ਆਉਣ ਦੇ ਨਾਲ ਜਿਹੜਾ ਹੈ ਕੁਝ ਬਦਲਾਵ ਹੋ ਵੀ ਸਕਦਾ ਹੈ। ਔਰ ਮੈਂ ਆਪ ਜੀ ਨੂੰ ਚੇਤੇ ਕਰਾਵਾਂ, ਜਿੱਥੇ ਦਾਸ ਨੂੰ ਇਸ ਤਰ੍ਹਾਂ ਗਿਆਨ ਅਨੁਸਾਰ ਲੱਗੇ ਵੀ ਇਹ ਗੱਲ ਇਉਂ ਹੈ, ਤੇ ਉਸ ਨੂੰ ਬਦਲਣ ਵਿੱਚ ਕੋਈ ਉਹ ਕੀ ਕਹਿੰਦੇ ਨੇ ਕਿ ਸ਼ੰਕਾ ਸੰਕੋਚ ਨਹੀਂ ਹੁੰਦਾ। ਤਾਂ ਫਿਰ ਵੀ ਇਹਨੂੰ ਤੁਸੀਂ ਸਮਝ ਲੈਣਾ ਕਿ ਇਹਦੀ ਅਜੇ ਵਿਆਖਿਆ ਜਾਂ ਇਹਦੀ ਵਿਚਾਰ ਨਹੀਂ ਹੋਈ। ਆਪਾਂ ਅੱਗੇ ਚੱਲਦੇ ਹਾਂ। ਅੱਗੇ ਹੈ ਪ੍ਰਭ ਦੀ ਸੰਗਤੀ ਗੁਰੂ ਦਾ ਖਾਲਸਾ ਹੈ ਹੀ। ਇਹ ਅੱਜ ਦੇ ਹੁਕਮਨਾਮੇ ਦੀ, ਉਂਝ ਤਾਂ ਉਸ ਕਾਲ ਵਿੱਚ ਤੇ ਜੋ ਵੀ ਲਿਖਿਆ ਹੈ ਸਾਰਾ ਕੁਝ ਮਹੱਤਵਪੂਰਨ ਹੈ, ਪਰ ਆਪ ਜੀ ਨੇ ਇਸ ਤੁਕ ਨੂੰ ਚੇਤੇ ਰੱਖਣਾ। ਇਹ ਤੁਕ ਗੁਰੂ ਹਰਗੋਬਿੰਦ ਜੀ ਵਾਲੇ ਦੂਜੇ ਹੁਕਮਨਾਮੇ ਵਿੱਚ ਮੈਂ 70 ਵੀ ਗਿਣ ਕੇ ਆਪ ਜੀ ਨੂੰ ਯਾਦ ਕਰਾ ਦਿੰਦਾ ਹਾਂ। 1 2 3 4 5 ਇਸ ਤਰ੍ਹਾਂ ਹੁਕਮਨਾਮਾ ਤੁਹਾਡੇ ਸਾਹਮਣੇ ਹੋਵੇਗਾ, ਤੇ 5ਵੀਂ ਸਤਰ ਜਿਹੜੀ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ, ਤੇ ਜੇ ਪੂਰਬ ਦੀ ਸੰਗਤੀ
ਗੁਰੂ ਦਾ ਖਾਲਸਾ ਹੈ ਹੀ, ਜਿਸ ਦਾ ਅਰਥ ਹੈ ਜੋ ਪੂਰਬ ਵੱਲ ਦੀ ਸੰਗਤ ਹੈ। ਪੂਰਬ ਵੱਲ ਸੰਗਤ, ਜਦੋਂ ਸ੍ਰੀ ਅੰਮ੍ਰਿਤਸਰ ਆਪਾਂ ਖਲੋਵਾਂਗੇ ਤੇ ਸੂਰਜ ਜਿੱਧਰੋਂ ਚੜ੍ਹਦਾ ਹੈ ਉਹ ਪੂਰਬ ਹੈ। ਅੱਜ ਜੋ ਭਾਰਤੀ ਭੂਗੋਲ ਹੈ, ਜਿਹਨੂੰ ਆਪਾਂ ਪਟਨਾ ਆਖਦੇ ਹਾਂ, ਬਿਹਾਰ ਆਖਦੇ ਹਾਂ, ਔਰ ਇਹ ਗੱਲ ਪਟਨੇ ਸ਼ਹਿਰ ਦੀ ਹੋ ਰਹੀ ਹੈ। ਜੋ ਪੂਰਬ ਦੀ ਸੰਗਤੀ ਹੈ ਉਹ ਗੁਰੂ ਦਾ ਖਾਲਸਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਖਾਲਸਾ ਸ਼ਬਦ ਦਾ ਅਰਥ ਜਦ ਵੀ ਆਪਣਾ ਵਿਸਾਖੀ ਆਉਂਦੀ ਹੈ ਉਦੋਂ ਅਰਥ ਕੀਤੇ ਜਾਂਦੇ ਹਨ। ਔਰ ਇੱਥੇ ਮੈਂ ਆਪ ਜੀ ਨੂੰ ਇੱਕ ਗੱਲ ਕਹਿ ਦਿੰਦਾ ਹਾਂ ਕਿ ਸਾਰੇ ਕੀ ਆਖਦੇ ਹਨ, ਇਹ ਉਹਨਾਂ ਦੀ ਆਪਣੀ ਆਪਣੀ ਸੋਚ, ਵਿਦਿਆ, ਪੜ੍ਹਾਈ। ਬਾਕੀ ਮੈਂ ਇਹ ਗੱਲ ਕਹਾਂਗਾ ਕਿ ਮੈਨੂੰ ਕਦੇ ਥੋੜੀ ਕੀਤਿਆਂ ਨਹੀਂ ਲੱਗਾ, ਅੱਜ ਹੋ ਗਿਆ 2024, ਕਿ ਮੈਂ ਕਿਸੇ ਐਸੇ ਪ੍ਰਚਾਰਕ ਤੋਂ ਵਿਚਾਰ ਸੁਣੀ ਹੋਵੇ ਜਿਨੇ ਗੁਰੂ ਜੀ ਦੇ ਲਿਖੇ ਹੋਏ ਸਾਰੇ ਹੁਕਮਨਾਮੇ ਪੜ੍ਹੇ ਹੋਣ ਤੇ ਹੁਕਮਨਾਮਿਆਂ ਵਿੱਚੋਂ ਦੱਸੇ ਕਿ ਗੁਰੂ ਜੀ ਦਾ ਖਾਲਸਾ ਇਹ ਹੈ। ਹੁਣ ਮੈਂ ਆਪ ਜੀ ਨੂੰ ਇੱਥੇ ਦੱਸਦਾ, ਜੋ ਦੱਸ ਰਹੇ ਨੇ ਔਰ ਜੋ ਗੁਰੂ ਜੀ ਦੇ ਹੁਕਮਨਾਮਿਆਂ ਵਿੱਚ ਖਾਲਸੇ ਪ੍ਰਤੀ ਲਿਖਿਆ ਹੈ, ਗੁਰੂ ਹਰਗੋਬਿੰਦ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਖਾਲਸੇ ਦੀ ਵਿਆਖਿਆ ਹੈ ਉਹ ਇੱਕੋ ਜੈਸੀ ਹੈ। ਮੈਂ ਪਹਿਲਾਂ ਵੀ ਆਰੰਭ ਕੀਤਾ ਸੀ ਕਿ ਸਾਰੇ ਗੁਰੂ ਇੱਕ ਜੋਤ ਹਨ। ਜੋ ਸਾਨੂੰ ਪੜ੍ਹਾਇਆ ਗਿਆ, ਲਿਖਾਇਆ ਗਿਆ, ਜੋ ਅਸੀਂ ਪੜ੍ਹ ਲਿਆ, ਜੋ ਸਿੱਖ ਲਿਆ, ਜਿਹਦੇ ਉੱਤੇ ਚੱਲ ਪਏ ਆ, ਉਹ ਬਹੁਤ ਸਾਰੇ ਬੁਲਾਰਿਆਂ ਨੇ ਸਾਨੂੰ ਜੋ ਸਿਖਾਇਆ ਅਸੀਂ ਉਵੇਂ ਤੁਰੇ ਜਾਂਦੇ ਹਾਂ। ਔਰ ਇੱਥੇ ਖਾਲਸਾ ਦਾ ਅਰਥ ਮੈਂ ਵੀ ਜ਼ਿੰਦਗੀ 'ਚ ਜਿੰਨਾ ਸਮਾਂ ਕਥਾ ਕਰਦਾ ਰਿਹਾ, ਮੈਂ ਦੋ ਤਰ੍ਹਾਂ ਵਿਆਖਿਆ ਕਰਦਾ ਰਿਹਾ। ਕਿਉਂ ਕਿ ਇੱਥੇ ਗੱਲ ਇੱਕ ਹੋਰ ਹੈ, ਮੈਂ ਛੇਤੀ ਨਹੀਂ ਕਰਾਂਗਾ, ਆਰਾਮ ਦੇ ਵਿੱਚ ਜਾਵਾਂਗਾ, ਕਿ ਅਸੀਂ ਪ੍ਰਚਾਰਕ ਲੋਕ ਕੁਝ ਕਿਤਾਬਾਂ ਪੜ੍ਹਦੇ ਹਾਂ। ਮੈਂ ਆਪਣੇ ਤੋਂ ਕਹਿਣਾ, ਔਰ ਮੇਰੇ ਜਿੰਨੇ ਸੰਗੀ ਸਾਥੀ ਸਨ, ਮੈਂ ਉਹਨਾਂ ਨੂੰ ਦੇਖ ਕੇ ਆਖਦਾ ਹਾਂ। ਅੱਜ ਵੀ ਮੇਰੇ ਨਾਲ ਇਸ ਥਾਂ ਤੇ ਦੋ ਮੇਰੇ ਸਾਥੀ ਨਾਲ ਹਨ। ਮੇਰੇ ਸਾਥੀ ਕਹਿ ਲਓ, ਮੈਂ ਉਹਨਾਂ ਦਾ ਸਾਥੀ ਕਹਿ ਲਓ, ਸ਼ਬਦ ਜਿਹੜਾ ਮਰਜ਼ੀ ਵਰਤ ਲਓ, ਕਿ ਅਸੀਂ ਲੋਕ ਸਿਰਫ ਕਿਤਾਬਾਂ ਪੜ੍ਹਦੇ ਹਾਂ। ਕਿਤਾਬਾਂ ਵਿੱਚ ਜੋ ਲਿਖਿਆ ਹੋਇਆ ਉਸੇ ਤਰ੍ਹਾਂ ਯਾਦ ਕਰਕੇ ਅੱਗੇ ਸੁਣਾਈ ਜਾਂਦੇ ਹਾਂ। ਅਸੀਂ ਕਦੇ ਮੂਲ ਸਰੋਤਾਂ ਦਾ ਖੋਜ ਪੜਤਾਲ ਅਧਿਐਨ ਨਹੀਂ ਕੀਤਾ। ਇਹ ਪੁਸਤਕ ਮੇਰੇ ਜੀਵਨ ਵਿੱਚ 1993 ਦੇ ਵਿੱਚ ਆਈ, ਪਰ ਮੈਂ ਇਹਦੇ ਤੋਂ ਕਦੀ ਲਾਹਾ ਨਹੀਂ ਲਿਆ। ਔਰ ਇਹ ਮੈਂ ਹੁਣ ਪਹਿਲੀ ਵਾਰੀ ਪੜ੍ਹਨਾ 2009 ਤੋਂ ਬਾਅਦ ਆਰੰਭ ਕੀਤਾ, ਤੇ ਵਾਸਤਵ ਦੇ ਵਿੱਚ ਹੁਕਮਨਾਮਿਆਂ ਦਾ ਅਧਿਐਨ ਦਾਸ ਨੇ 2021 ਵਿੱਚ ਕੀਤਾ, ਅੱਜ ਤੋਂ 3 ਵਰਖ ਪਹਿਲਾਂ। ਤਾਂ ਉਦੋਂ ਫਿਰ ਮੇਰੇ ਸਾਰੇ ਜੋ ਮੇਰੀ ਸੁਰਤੀ ਸੋਚ ਸਭ, ਮੈਂ ਤਾਂ ਬਹੁਤ ਇੱਕ ਵਾਰੀ ਤਾਂ ਮੈਂ ਜਿਹਨੂੰ ਆਪਾਂ ਅੰਗਰੇਜ਼ੀ ਦਾ ਸ਼ਬਦ ਡਿਸਪਰੈਸ਼ਨ ਇੱਥੇ ਚਲਾ ਗਿਆ ਸੀ। ਪਤਾ ਕਿਉਂ? ਮਨ ਚੱਲਿਆ ਸੀ। ਇਹ ਬੜੀ ਇੱਕ ਮੇਰੇ ਜੀਵਨ ਦਾ ਉਹੀ ਕੋਈ ਅੱਜ ਤੱਕ ਆਇਆ ਮੇਰੇ ਜੀਵਨ ਵਿੱਚ। ਪਤਾ ਕਿਉਂ? ਕਿਉਂਕਿ ਜੋ ਸਾਰੀ ਕੌਮ ਪੜ੍ਹ ਰਹੀ ਹੈ ਤੇ ਪੜ੍ਹਾਇਆ ਜਾ ਰਿਹਾ ਹੈ ਉਹ ਕੁਝ ਹੋਰ ਹੈ, ਪਰ ਮੂਲ ਸਰੋਤਾਂ ਵਿੱਚ ਜੋ ਸਹੀ ਗਿਆਨ ਹੈ ਉਹ ਕੁਝ ਹੋਰ ਹੈ। ਮੈਂ ਇਹਦੇ ਦੋ ਤਰ੍ਹਾਂ ਹੀ ਅਰਥ ਕਰਦਾ ਰਿਹਾ। ਇੱਕ ਜਿਵੇਂ ਦਾ ਇਹਦੇ ਚ ਦਿੱਤਾ ਹੋਇਆ, ਇੱਕ ਨਾਲ ਜੋੜ ਕੇ ਕਿ ਸ਼ੁੱਧ ਵਾਲਾ। ਪਰ ਵਾਸਤਵ ਦੇ ਵਿੱਚ ਗੁਰੂ ਜੀ ਦੇ ਹੁਕਮਾਂ ਵਿੱਚ ਸਾਰਿਆਂ ਵਿੱਚ ਖਾਲਸਾ ਸ਼ਬਦ ਦਾ ਇੱਕ ਹੀ ਅਰਥ ਹੈ। ਔਰ ਇਹ ਖਾਲਸਾ ਸ਼ਬਦ ਇਹ ਉਹ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਵਧੀਆ ਉਦਾਹਰਨ ਦਿੱਤਾ ਹੋਇਆ, ਉਹ ਟੋਡਰਮਲ ਖੱਤਰੀ ਦਾ, ਅਕਬਰ ਜੀ ਦੇ ਵੇਲੇ ਦਾ। ਪਰ ਉਹਨਾਂ ਨੇ ਖਾਲੀ ਉਦਾਹਰਨ ਦਿੱਤਾ, ਕੋਈ ਮੂਲ ਸਰੋਤ ਨਹੀਂ ਦਿਖਾਇਆ। ਪਰ ਮੈਨੂੰ ਦਿੱਕਤ ਇਹ ਹੈ ਕਿ ਜਦ ਤੱਕ ਮੂਲ ਸਰੋਤ ਤੁਹਾਡੇ ਸਾਹਮਣੇ ਨਹੀਂ ਹੈ ਤਾਂ ਉਸ ਵੇਲੇ ਤੱਕ ਕੀ ਪਤਾ ਲੱਗਦਾ ਵੀ ਉਹਨਾਂ ਨੇ ਕਿੱਥੋਂ ਗੱਲ ਲਈ, ਉਹਨੇ ਕਿਸੇ ਹੋਰ ਤੋਂ ਅੱਗੋਂ ਗੱਲ ਉਧਾਰੀ ਲਈ ਹੋਵੇ। ਕਿਉਂਕਿ ਐਸਾ ਬਹੁਤ ਚੱਲਿਆ ਕਿ ਕਿਤਾਬਾਂ ਲਿਖਣ ਵਾਲੇ ਅਗਲੀ ਕਿਸੇ ਕਿਤਾਬ ਤੋਂ ਲੈ ਕੇ ਚੀਜ਼ ਤੇ ਲਿਖ ਦਿੰਦੇ ਨੇ, ਪਰ ਮੂਲ ਨਹੀਂ ਦੇਖਿਆ। ਤਾਂ ਮੈਂ ਆਪ ਜੀ ਨੂੰ ਦੱਸ ਦਿੰਦਾ ਹਾਂ ਕਿ ਦਾਸ ਨੂੰ ਇਹ ਖਾਲਸਾ ਸ਼ਬਦ ਅੱਜ ਤੋਂ 4 ਵਰਖ ਪਹਿਲਾਂ ਇੱਕ ਹੋਰ ਥਾਂ ਤੇ ਲੱਭਿਆ। ਉਸ ਸਰੋਤ ਦਾ ਨਾਮ ਹੈ ਡਾਕਟਰ ਜੁਗਨੂ ਜੀ, ਉਹਦੇ ਲਖਾਰੀ ਹਨ।
ਉਹ ਪੁਸਤਕ ਹੈ ਰਾਜਸਥਾਨ ਕੀ ਪ੍ਰਸ਼ਸਤੀਆਂ। ਉਹਦੇ ਵਿੱਚ ਘੱਟੋ ਘੱਟ ਵੀ ਕੋਈ 100 ਸਵਾ 100 ਪ੍ਰਸ਼ਸਤੀ ਦਾ ਉਲੇਖ ਕੀਤਾ ਹੈ। ਔਰ ਪ੍ਰਸ਼ਸਤੀਆਂ ਦੇ ਵਿੱਚ ਜੋ ਮੂਲ ਪਾਠ ਲਿਆ ਹੋਇਆ ਹੈ ਉਹ ਰਾਜਸਥਾਨ ਵਿੱਚ ਜਿਹੜੇ ਤਾਮਰ ਪੱਤਰ ਹੋਏ ਹਨ ਉਹਨਾਂ ਤੋਂ ਲਿਆ ਹੋਇਆ ਹੈ। ਪਰ ਉਹਨਾਂ ਤਾਮਰ ਪੱਤਰ 5-4 ਤਾਂ ਦਿਖਾਏ ਨੇ, ਮਤਲਬ ਬਹੁਤ ਵਧੀਆ ਨਹੀਂ ਦਿਖਾਏ। ਪਰ ਜਦੋਂ ਜਿੱਥੋਂ ਉਹਨਾਂ ਨੇ ਪਾਠ ਲਿਆ ਉਹ ਬਹੁਤ ਭਰੋਸੇਯੋਗ ਇੱਕ ਸੰਸਥਾ ਹੈ ਇੰਡੀਆ ਦੇ ਵਿੱਚ, ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਉਹਨਾਂ ਨੇ ਉੱਥੋਂ ਲਿਆ ਹੋਇਆ, ਕਿਉਂਕਿ ਮੈਂ ਉਹਦੇ ਤੱਕ ਗਿਆ ਹੋਇਆ। ਤਾਂ ਉੱਥੇ ਵੀ ਇੱਕ ਜਾਇਦਾਦ ਦਾ ਨਾਮ, ਜ਼ਮੀਨ ਦਾ ਜਿਹੜਾ ਨਾਮ ਹੈ ਨਾ ਉਹ ਖਾਲਸਾ ਹੈ। ਉਹ ਮੈਂ ਫਿਰ ਆਪ ਜੀ ਨੂੰ ਪੂਰਾ ਮੂਲ ਸਰੋਤ ਦਿਖਾਵਾਂਗਾ ਕਿਸੇ ਦਿਨ, ਅਜੇ ਨਹੀਂ ਦਿਖਾਉਂਦੇ, ਜਦੋਂ ਹੁਕਮਨਾਮਿਆਂ ਦਾ ਪਾਠ ਪੂਰਾ ਹੋ ਜਾਏਗਾ ਉਸ ਵੇਲੇ ਆਪਾਂ ਦਿਖਾਵਾਂਗੇ। ਪਰ ਇੱਥੇ ਇਹਦਾ ਅਰਥ ਬਿਲਕੁਲ ਸਾਫ਼ ਹੈ, ਪੂਰਬ ਦੀ ਸੰਗਤੀ ਗੁਰੂ ਦਾ ਖਾਲਸਾ ਹੈ। ਇਹਦਾ ਅਰਥ ਇਹ ਹੈ ਕਿ ਗੁਰੂ ਰਾਮਦਾਸ ਜੀ ਦੇ ਵੇਲੇ ਜੋ ਸਾਡੇ ਸਿੱਖ ਗ੍ਰੰਥ ਹਨ ਉਹਨਾਂ ਵਿੱਚ ਇਹ ਲਿਖਿਆ ਹੋਇਆ ਕਿ ਇੱਕ ਪ੍ਰਥਾ ਆਰੰਭ ਹੋਈ ਸੀ ਜਿਸ ਨੂੰ ਮਸੰਦ ਆਖਦੇ ਸਨ। ਉਸ ਕਾਲ ਵਿੱਚ ਮਸੰਦ ਸਤਿਕਾਰਯੋਗ ਸ਼ਬਦ ਸਿੱਖਾਂ ਦਾ, ਸਿੱਖ ਜਿਹੜੇ ਹੁੰਦੇ ਸੀ ਨੇ ਸੰਗਤਾਂ ਇਲਾਕੇ ਦੀਆਂ, ਉਹਦਾ ਆਗੂ ਹੋਇਆ ਕਰਦਾ ਸੀ, ਚੰਗਾ ਜੀਵਨ ਵਾਲਾ ਵਿਅਕਤੀ। ਔਰ ਜਿੱਥੇ ਉਹ ਕਦੇ ਨਹੀਂ ਸੀ ਹੁੰਦਾ ਜਾਂ ਕਿਸੇ ਹੋਰ ਕਾਰਨ ਕਰਕੇ ਵੀ ਸੰਗਤ ਗੁਰੂ ਜੀ ਨਾਲ ਸਿੱਧੀ ਜੁੜੀ ਹੋਈ ਹੈ, ਉੱਥੇ ਇਹ ਸ਼ਬਦ ਵਰਤਿਆ ਜਾਂਦਾ ਸੀ ਕਿ ਜਿੱਥੇ ਵਿੱਚ ਕੋਈ ਵੱਡਾ ਮਸੰਦ ਆਦਿਕ ਨਹੀਂ ਹੈ ਤਾਂ ਗੁਰੂ ਜੀ ਲਿਖਿਆ ਪੂਰਬ ਦੀ ਸੰਗਤੀ ਗੁਰੂ ਦਾ ਖਾਲਸਾ ਹੈ। ਗੁਰੂ ਹਰਗੋਬਿੰਦ ਜੀ, ਆਪਾਂ ਸ਼ਬਦ ਵਰਤਦੇ ਹਾਂ ਮੀਰੀ ਪੀਰੀ ਦੇ ਮਾਲਕ, ਭਗਤੀ ਸ਼ਕਤੀ ਦੇ ਮਾਲਕ। ਉਹ ਉਹਨਾਂ ਵੱਲੋਂ, ਜਿਵੇਂ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਹੁਕਮਨਾਮਾ ਪਟਨੇ ਵਿੱਚ ਪਹੁੰਚਿਆ ਹੈ ਤੇ ਕਹਿ ਰਹੇ ਹਨ, ਲਿਖਿਆ ਹੈ ਕਿ ਜੋ ਸੰਗਤੀ ਹੈ ਉਹ ਸਿੱਧੀ ਗੁਰੂ ਜੀ ਨਾਲ ਜੁੜੀ ਹੋਈ ਹੈ, ਵਿੱਚ ਕੋਈ ਖਾਸ ਮਸੰਦ ਆਦਿਕ ਕੋਈ ਵਿੱਚ ਨਹੀਂ ਹੈ। ਅੱਗੇ ਲਿਖਿਆ ਹੋਇਆ ਹੈ ਉਪਰੰਤੀ ਗੁਰੂ ਦੀ ਆਗਿਆ ਹੈ, ਆਗਿਆ ਹੈ ਭਾਈ ਜਾਪ, ਭਾਈ ਗੁਰਦਾਸ। ਇਹਨਾਂ ਦੋਵਾਂ ਦਾ ਨਾਮ ਆਰੰਭ ਦੇ ਵਿੱਚ ਵੀ ਆਇਆ, ਭਾਈ ਜਾਪ, ਭਾਈ ਗੁਰਦਾਸ। ਲਿਖਿਆ ਭਾਈ ਜਾਪ, ਭਾਈ ਗੁਰਦਾਸੇ। ਇਹ ਪੰਜਾਬੀ ਸ਼ਬਦ ਵੀ ਗੁਰਦਾਸੇ ਆਪਾਂ ਇਵੇਂ ਵਰਤ ਲੈਂਦੇ ਹਾਂ। ਤੁਸਾਂ ਸਭਨਾ ਰਲ ਕੇ, ਆ ਸ਼ਬਦ ਹੈ ਤੁਸਾਂ ਸਭਨਾ ਰਲ ਕੇ, ਇਹ ਗੱਗਾ ਹੈ ਗੁਰਪੁਰਬ ਦੀ ਕਾਰ ਕਰਨੀ। ਅੱਜ ਦੀ ਵਿਚਾਰ ਇਹ ਵੀ ਕਰਨੀ ਸੀ ਪਰ ਇਹ ਸਾਡਾ ਉਹਦੇ ਤੇ ਵੇਲਾ ਜ਼ਿਆਦਾ ਲੰਘ ਗਿਆ। ਤਾਂ ਗੁਰਪੁਰਬ ਦੀ ਕਾਰ ਕਰਨੀ, ਹੁਣ ਅਸੀਂ ਵੀ ਇੰਜ ਸੋਚਦੇ ਸੀ ਕਿ ਗੁਰੂ ਹਰਗੋਬਿੰਦ ਜੀ ਗੁਰਪੁਰਬ ਮਨਾਉਂਦੇ ਹਨ ਜਿਵੇਂ ਅੱਜ ਅਸੀਂ ਮਨਾਉਂਦੇ ਹਾਂ, ਕਿਉਂਕਿ ਅੱਜ ਗੁਰਪੁਰਬ ਮਨਾਉਣਾ ਇਹ ਇੱਕ ਹੋਰ ਅਰਥ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਗੁਰਪੁਰਬ ਮਨਾਇਆ, ਕਦੀ ਸ਼ਹੀਦੀ ਦਿਵਸ ਪੁਰਬ ਨੂੰ ਆਪਾਂ ਮਨਾਉਂਦੇ ਹਾਂ, ਸਾਹਿਬਜ਼ਾਦਿਆਂ ਦੇ ਜੋ ਸ਼ਹੀਦੀ ਦਿਵਸ ਹੈ ਉਸ ਨੂੰ ਵੀ ਆਪਾਂ ਕਹਿੰਦੇ ਹਾਂ ਉਹ ਦਿਹਾੜਾ ਮਨਾਇਆ, ਆਪਾਂ ਐਵੇਂ ਸ਼ਬਦ ਵਰਤਦੇ ਹਾਂ। ਪਰ ਇਹ ਗੱਲ ਚੇਤੇ ਰੱਖਣੀ ਜੋ ਸਰੋਤਾਂ ਦੇ ਆਧਾਰ ਤੇ, ਔਰ ਇਹ ਸ਼ਬਦ ਇਸੇ ਹੁਕਮਨਾਮੇ ਵਿੱਚ ਆਇਆ ਹੈ ਗੁਰਪੁਰਬ ਦੀ ਕਾਰ ਕਰਨੀ। ਇਸ ਤੋਂ ਅੱਗੇ ਕਿਸੇ ਹੁਕਮਨਾਮੇ ਵਿੱਚ ਇਹ ਸ਼ਬਦ ਨਹੀਂ ਆਇਆ। ਜਿਵੇਂ ਮੈਂ ਆਪ ਜੀ ਨੂੰ ਉਹ ਮਾਸ ਮੱਛੀ ਵਾਲੀ ਗੱਲ ਹੈ ਨਾ, ਮੈਂ ਦੁਬਾਰਾ ਆਪ ਜੀ ਨੂੰ ਦੁਹਰਾਉਂਦਾ ਹਾਂ, ਬਹੁਤ ਵਾਰ ਐਸਾ ਹੁੰਦਾ ਹੈ ਇੱਕ ਤੇ ਬੋਲਣ ਵਾਲੇ ਸ਼ਬਦ ਹੋਰ ਹੁੰਦੇ ਹਨ, ਅਰਥ ਹੋਰ ਹੁੰਦਾ ਹੈ, ਉਹਨੂੰ ਆਪਾਂ ਭਾਵ ਅਰਥ ਆਖਦੇ ਹਾਂ। ਦੂਜੇ ਇੱਕ ਆਪ ਜੀ ਨਾਲ ਇੱਕ ਹੋਰ ਮੈਂ ਇੱਥੇ ਬਾਤ ਕਰਦਾ ਹਾਂ ਕਿ ਜਿਹੜੇ ਸ਼ਬਦ ਹਨ ਉਹਨਾਂ ਦੇ ਅਰਥ ਵੀ ਸਹਿਜੇ ਸਹਿਜੇ ਬਦਲ ਜਾਂਦੇ ਹਨ। ਹਾਂਜੀ, ਕੁਝ ਆਖਣਾ ਸੀ ਜੀ। ਹਾਂਜੀ ਵੀਰ ਜੀ, ਇਹ ਗੱਗਾ ਨਹੀਂ ਸ ਲੱਗ ਰਿਹਾ ਜੀ, ਸੱਸੇ ਨੂੰ ਜਿਵੇਂ ਆਦੀ ਆਸੁਰ ਲੱਗਾ ਹੋਇਆ।
ਗੱਗੇ ਦੀ ਬਣਤਰ ਹੋ ਰਿਹਾ ਤੇ ਸੱਸੇ ਵਾਲੀ ਬਣਤਰ ਹੈ ਜੀ, ਗੁਰਪੁਰਬ ਜਿਹਨੂੰ ਕਹਿ ਰਹੇ ਨੇ। ਉਹ ਹਾਂਜੀ, ਇਹ 70 ਹੋ ਗਈ ਆਪਣੀ 10ਵੀਂ, ਠੀਕ ਹੈ ਜੀ। ਤੋ ਮੈਂ ਅਸਲ ਚ ਨਾਲ ਉਹ ਰੱਖਿਆ ਹੋਇਆ ਜਿਹਨੂੰ ਆਪਾਂ ਡਾਕਟਰ ਜੀ ਵਾਲਾ, ਤਾਂ ਉਹਦੇ ਵਿੱਚ ਇਹ ਗੁਰਪੁਰਬ ਸ਼ਬਦ ਹੀ ਹੈ। ਤੇ ਬਸ ਜੇ ਤੁਸੀਂ ਸੱਸਾ ਸਮਝਦੇ ਹੋ ਤੇ ਇਹਦਾ ਉੱਕਾ ਹੀ ਕੋਈ ਅਰਥ ਨਹੀਂ ਬਣਦਾ। ਜੇ ਆਪਾਂ ਮੰਨ ਲਈਏ ਵੀ ਸ ਹੈ, ਤਾਂ ਹੁਣ ਇਹ ਜੋ ਸ਼ਬਦ ਹੈ ਇਹ ਮੇਰੇ ਕੋਲ ਕਿਸੇ ਪਾਸੇ ਫਿਰ ਸੁਰਪ ਬਣ ਗਿਆ, ਸੁਰਪੁਰਬ ਬਣ ਗਿਆ, ਕੀ ਬਣ ਗਿਆ? ਸਾਰ ਜਾਂ ਸਾਰੇ ਪੁਰਬ, ਐਸਾ ਕੁਝ ਹੋਏਗਾ, ਕਿਉਂਕਿ ਸੰਗਤੀ ਵਾਲਾ ਸ ਦੇਖੋ ਤੇ ਇਹ ਦੇਖੋ, ਤੇ ਗ ਨੂੰ ਗ ਨੇ ਮਿਲਾਓ ਤੇ ਬਿਲਕੁਲ ਅਲੱਗ ਨੇ। ਹਾਂ ਜੀ, ਇਹ ਬਿਲਕੁਲ ਬਰਿੰਦਰਜੀਤ ਸਿੰਘ ਜੀ ਦੀ ਗੱਲ ਹੈ ਨਾ। ਦੇਖੋ, ਮੈਂ ਅੱਗੇ ਵੀ ਜਿਵੇਂ ਕਹਿੰਦਾ ਹੁੰਦਾ ਕਿ ਅਸੀਂ ਖੋਜ ਕਰਦੇ ਹਾਂ, ਪੜ੍ਹਦੇ ਹਾਂ, ਆਪਣੀ ਉਕਾਈ ਸੁਧਾਈ ਜਿੱਥੇ ਵੀ ਹੋਵੇ, ਇਹ ਗੱਲ ਸਹੀ ਹੈ ਜੀ। ਇਹ ਵਾਕਿਆ ਹੀ ਇਹ ਗੁਰਪੁਰਬ ਉੱਥੇ ਲਿਖਿਆ ਹੋਇਆ ਤੇ ਫਿਰ ਮੈਂ ਇਹਨੂੰ ਉਤਰਾ ਹੀ ਮੰਨ ਲਿਆ। ਪਰ ਫਿਰ ਵੀ ਇਸ ਤਰ੍ਹਾਂ ਕਰਦੇ ਹਾਂ, ਇਸ ਰਿਕਾਰਡਿੰਗ ਤੋਂ ਬਾਅਦ ਆਪਾਂ, ਤੁਸੀਂ, ਮੈਂ, ਸਾਰੇ ਆਪਾਂ ਦੁਬਾਰਾ ਪੜਾਂਗੇ। ਤੋ ਇਹ ਤੁਕ ਆਪਾਂ ਇੱਥੇ ਛੱਡ ਦਿੰਦੇ ਹਾਂ, ਗੁਰਪੁਰਬ ਦੀ ਕਾਰ ਕਰਨੀ, ਕਿਉਂਕਿ ਬਰਿੰਦਰਜੀਤ ਨੇ ਜੋ ਕਿਹਾ ਉਹ ਛੱਡਣ ਵਾਲੀ ਗੱਲ ਨਹੀਂ ਹੈ। ਪਰ ਫਿਰ ਵੀ ਸਾਡਾ ਇਸ ਵਾਕ ਦਾ ਇੱਕ ਅਰਥ ਬਣਨਾ ਚਾਹੀਦਾ। ਚੇਤੇ ਰੱਖਣਾ, ਸਾਰ ਪੁਰਬ ਦੀ ਕਾਰ ਕਰਨੀ ਸ਼ਬਦ ਵਰਤਣਾ ਹੈ ਜਾਂ ਗੁਰਪੁਰਬ ਦੀ ਕਾਰ ਕਰਨੀ। ਤੇ ਫਿਰ ਆਪਾਂ ਇਹਨੂੰ ਦੁਬਾਰਾ ਅਗਲੇ ਹੁਕਮਨਾਮੇ ਦੇ ਨਾਲ ਇਸ ਗੱਲ ਨੂੰ ਕਰਕੇ, ਅਗਲੀ ਜਦੋਂ ਰਿਕਾਰਡਿੰਗ ਹੋਵੇਗੀ ਤਾਂ ਇਹਨੂੰ ਆਪਾਂ ਦੁਬਾਰਾ ਕਰ ਲਵਾਂਗੇ ਜੀ। ਮੈਂ ਫਿਰ ਇਹਨੂੰ ਛੱਡ ਦੇਣਾ ਵਾ, ਤੁਸੀਂ ਸਾਰੇ ਇਹਦੇ ਉੱਤੇ ਦੁਬਾਰਾ ਸੋਚਣਾ ਜੀ। ਅੱਛਾ ਜੀ, ਅੱਗੇ ਹੈ ਜਿਸ ਦਾ ਰੁਪਇਆ ਗੁਰੂ ਕੀ ਕਾਰ ਵਿੱਚ। ਇਹ ਸ਼ਬਦ ਇੱਥੇ ਸੱਚ ਨਾ ਵ ਰਹਿ ਗਿਆ ਹੈ, ਸ਼ਬਦ ਹੈ ਪਵਾਗੂ, ਜਿਹਦਾ ਅਰਥ ਹੋਵੇਗਾ ਪਵੇਗਾ। ਗੁਰੂ ਦੀ ਕਾਰ ਵਿੱਚ ਜਿਸ ਦਾ ਰੁਪਈਆ ਪਵੇਗਾ, ਤਿਸ ਦਾ ਗੁਰੂ ਦੀ ਦਰਗਾਹ ਥਾਈ ਪਵਾਗੂ। ਭਾਵ ਇਹ ਹੈ ਕਿ ਜਿਹਦਾ ਸੰਗਤ ਦੇ ਕਾਰਜ ਵਿੱਚ, ਸੇਵਾ ਵਿੱਚ ਪੈਸਾ ਲੱਗੇਗਾ, ਸਮਝ ਲੈਣਾ ਗੁਰੂ ਦੇ ਦਰਗਾਹ ਦੇ ਵਿੱਚ, ਗੁਰੂ ਦੇ ਘਰ ਵਿੱਚ ਉਹ ਪ੍ਰਵਾਨ ਹੋ ਗਿਆ। ਅੱਗੇ ਹੈ ਉਸ ਨੂੰ, ਮੈਂ ਥੋੜੀ ਸਹਾਇਤਾ ਲੈ ਲੈਂਦਾ ਹਾਂ। ਹਾਂ, ਇਹ ਸ਼ਬਦ ਹੈ ਪਵਾਗੂ। ਉਸ ਨੂੰ ਕਦੇ ਕਿਛੁ ਥੋੜ ਨਾ ਹੋ ਸਊ। ਹੋ ਸਊ ਭਈ ਉਹਨੂੰ ਕੋਈ ਥੋੜ ਨਹੀਂ ਰਵੇਗੀ। ਦੇਖੋ, ਇਹ ਸਾਰੀਆਂ ਗੱਲਾਂ ਬੜੀਆਂ ਭਾਵ ਅਰਥਕ ਹਨ। ਵੀ ਜਿਹੜਾ ਗੁਰਸਿੱਖ ਹੋ ਗਿਆ, ਜਿਸ ਦੇ ਅੰਦਰ ਸ਼ਬਦ ਵਸ ਗਿਆ, ਜੋ ਨਿਰਵਿਕਾਰੀ ਹੋ ਗਿਆ, ਉਹ ਮਨੁੱਖ, ਉਹ ਜੀਵ ਸਿਦਕੀ ਹੋ ਗਿਆ। ਔਰ ਇੰਨਾ ਸਿਦਕਵਾਨ ਹੋ ਜਾਂਦਾ ਕਿ ਉਹਦੇ ਜੀਵਨ ਵਿੱਚ ਉਹ ਮਹਿਸੂਸ ਕਰਦਾ ਹੈ ਕਿ ਕਦੇ ਕੋਈ ਕਮੀ ਨਹੀਂ ਹੈ ਮੇਰੇ ਪਾਸ। ਇਹ ਬੜੇ ਭਾਵਅਰਥਕ ਸ਼ਬਦ ਹਨ। ਇਹ ਹਵਾਲ ਲਿਖਿਆ ਨਾ, ਇਹ ਹਵਾਲ ਸਭ ਕੀ ਹੈ ਹੀ, ਕਿ ਇਹ ਹਾਲ ਜਿਹੜਾ ਹੈ ਸਭ ਦਾ ਹੈ। ਅੱਗੇ ਜੋ ਸੰਦੇਸ਼ ਲਿਖ ਰਹੇ ਨੇ ਬੜਾ ਜੋ ਵਿਸ਼ੇਸ਼ ਹੈ, ਰੁਪਏ ਸਹੀ ਸੱਤ ਦੀ ਹੁੰਡੀ ਕਰ ਭੇਜਣੀ, ਜਿਸ ਦਾ ਅਰਥ ਹੈ 700 ਰੁਪਈਆਂ ਦੀ ਹੁੰਡੀ ਕਰਕੇ ਭੇਜਣੀ। ਹੁੰਡੀ, ਹੁੰਡੀ ਕੀ ਹੁੰਦੀ ਹੈ? ਉਹ ਮੈਂ ਫਿਰ ਉਸ ਨੂੰ ਇੱਕ ਹੋਰ ਥਾਂ ਤੇ, ਇੱਥੇ ਆਪਾਂ ਦੁਬਾਰਾ ਆ ਜਾਾਂਗੇ। ਮੈਂ ਹੁੰਡੀ ਸ਼ਬਦ ਜਿਹੜਾ ਹੈ ਉਹ ਕਰ ਲੈਂਦਾ। ਇਹ ਹੈ ਜੀ ਹੁੰਡੀ। ਹੁੰਡੀ ਮੈਂ ਇੱਥੇ ਸੰਖੇਪ ਵਿੱਚ ਲਿਖਿਆ, ਉੱਤੇ ਆ ਤੁਸੀਂ ਦੇਖ ਲੈਣਾ। ਇਹ ਜੋ ਚਿੱਤਰ ਲਿਆ ਹੋਇਆ ਇਹ 1951 ਦਾ ਹੈ, ਅਕਤੂਬਰ 7 1951 ਦਾ ਹੈ। ਇਹ ਬੰਬੇ ਵਿੱਚ ਬਣੀ ਹੈ।
ਜਿਹਨੂੰ ਬੜੇ ਸਾਦੇ ਸ਼ਬਦਾਂ 'ਚ ਸਮਝਣਾ ਹੋਵੇ ਕਿ ਅੱਜ ਮੰਨ ਲਓ ਕੋਈ ਬੱਚਾ, ਪਰਿਵਾਰ ਦਾ ਜੀ, ਸੰਗੀ ਸਾਥੀ, ਰਿਸ਼ਤੇਦਾਰ ਮੇਰੀ ਸੰਭਾਲ ਜਿਵੇਂ ਕਰਦਾ ਹੁੰਦਾ ਸੀ ਕਿ ਮੈਨੂੰ ਜੀ ਮਨੀ ਆਰਡਰ ਭੇਜ ਦਿਓ, ਮੇਰੀ ਸੰਭਾਲ ਵਿੱਚ ਇਹ ਸ਼ਬਦ ਸੀ। ਜਾਂ ਕਹਿ ਦਿੰਦੇ ਹੁੰਦੇ ਸੀ ਫਲਾਣੇ ਦਾ ਮਨੀ ਆਰਡਰ ਆਇਆ। ਇਹ ਸ਼ਬਦ ਅੰਗਰੇਜ਼ੀ ਪ੍ਰਚਲਿਤ ਸੀ ਮੇਰੇ ਸਮਾਜ ਵਿੱਚ। ਭਾਵ ਕਿ ਕਿਸੇ ਨੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਾਏ, ਡਾਕਖਾਨੇ ਵੀ ਕਰਦੇ ਹੁੰਦੇ ਸੀ, ਇਹ ਡਾਕਖਾਨੇ ਵਿੱਚ ਵੀ, ਤਾਂ ਉਨੇ ਪੈਸੇ ਉੱਥੋਂ ਇੱਥੇ ਜਦੋਂ ਚਿੱਠੀ ਆ ਜਾਂਦੀ ਸੀ ਤੇ ਇੱਥੋਂ ਦਾ ਬੈਂਕ ਉਹਨੂੰ ਪੈਸੇ ਦੇ ਦਿੰਦਾ ਸੀ। ਔਰ ਅੱਜ ਦੀ ਬੋਲੀ ਵਿੱਚ ਆਪਾਂ ਉਹਨੂੰ ਕਹਿ ਦਿੰਦੇ ਹਾਂ ਕੈਸ਼ੀਅਰ ਚੈੱਕ ਬਣਾ ਕੇ ਭੇਜਣਾ। ਅੱਜ ਵੀ ਇਹ ਜਿਹੜੀ ਚੀਜ਼ ਹੈ ਥੋੜੇ ਨਵੇਂ ਰੂਪ ਵਿੱਚ ਪ੍ਰਚਲਿਤ ਹੈ ਕਿ ਸਾਨੂੰ ਕੋਈ ਆਪਣੇ ਖਾਤੇ ਵਿੱਚੋਂ ਚੈੱਕ ਜਾਂ ਕੈਸ਼ੀਅਰ ਚੈੱਕ ਬਣਾ ਕੇ ਭੇਜ ਦਿੰਦਾ ਹੈ, ਅਸੀਂ ਲੈ ਕੇ ਬੈਂਕ 'ਚ ਤੁਰ ਜਾਂਦੇ ਹਾਂ, ਬੈਂਕ ਵਾਲੇ ਉਨੇ ਪੈਸੇ ਸਾਡੇ ਖਾਤੇ ਵਿੱਚ ਪਾ ਦਿੰਦੇ ਹਨ। ਇਹ ਜਿਹੜੀ ਚੀਜ਼ ਹੈ ਮੈਂ ਇੱਥੇ ਪੜ੍ਹਿਆ ਹੋਇਆ ਕਿ ਇਹ ਪ੍ਰਾਚੀਨ ਹੈ। ਇਹ ਜੋ ਮੈਨੂੰ ਬਾਹਰੋਂ ਮਿਲਿਆ ਮੈਂ ਉਹ ਅੱਜ ਲਿਖਿਆ, ਮੈਂ ਇੱਥੇ ਲਿਖਣਾ ਕਿ ਅੱਜ ਕੱਲ ਦੇ ਕਾਲ ਵਿੱਚ ਮਾਇਆ ਦੇ ਲੈਣ ਦੇਣ ਵਿੱਚ, ਕੰਮਕਾਜ, ਵਪਾਰ ਆਦਿ ਵਿੱਚ ਜਿਵੇਂ ਮਨੀ ਆਰਡਰ ਚੈੱਕ ਹੁੰਦਾ ਹੈ, ਆਧੁਨਿਕ ਕਾਲ ਵਿੱਚ ਪੈਸੇ ਦੇ ਲੈਣ ਦੇਣ ਵਿੱਚ ਜਾਂ ਕੰਮਕਾਜ ਲਈ ਵਪਾਰ ਆਦਿ ਵਿੱਚ ਮਨੀ ਆਰਡਰ ਹੁੰਦਾ ਹੈ, ਚੈੱਕ ਹੁੰਦਾ ਹੈ। ਤਿਵੇਂ ਹੀ ਉਸੇ ਪ੍ਰਕਾਰ ਗੁਰੂ ਕਾਲ ਵਿੱਚ ਹੁੰਡੀ ਇੱਕ ਵਿੱਤੀ ਸਾਧਨ ਸੀ। ਜਿਵੇਂ ਅੱਜ ਕੱਲ ਚੈੱਕ ਹੁੰਦਾ ਹੈ, ਗੁਰੂ ਕਾਲ ਵਿੱਚ ਇਹ ਚੈੱਕ ਦੀ ਥਾਂ ਤੇ ਹੁੰਡੀ ਸੀ। ਹੁੰਡੀ ਇੱਕ ਵਿੱਤੀ ਸਾਧਨ, ਇਹ ਵਿੱਤੀ ਸਾਧਨ, ਇਹ ਗੁਰਬਾਣੀ 'ਚ ਸ਼ਬਦ ਵਿੱਤ ਹੈ, ਵਿੱਤ ਸਾਧਨ, ਜਿਸ ਨਾਲ ਗੁਰਸਿੱਖ ਜਾਂ ਸਿੱਖ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਆਪਣੀ ਕਿਰਤ ਕਮਾਈ ਵਿੱਚੋਂ ਹੁੰਡੀ ਨਾਲ ਮਾਇਆ ਭੇਜਦੀਆਂ ਸਨ। ਮਾਇਆ ਪੈਸੇ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭੇਜਣ ਦਾ ਸਾਧਨ ਜਾਂ ਮਾਧਿਅਮ। ਤਾਂ ਇਹ ਸੰਖੇਪ ਜੋ ਹੁੰਡੀ ਸ਼ਬਦ ਦੀ ਵਿਆਖਿਆ ਹੈ। ਪਰ ਮੈਂ ਫਿਰ ਹੋਰ YouTube ਤੇ ਵੀ ਵੇਖਿਆ, ਉੱਥੇ ਵਿਕੀਪੀਡੀਆ ਤੇ ਵੀ, ਤਾਂ ਹੁੰਡੀ ਦੇ ਵੀ ਕੁਝ ਪ੍ਰਕਾਰ ਹਨ। ਸਹਿਯੋਗ ਹੁੰਡੀ ਜੋ ਵਪਾਰੀ ਲੋਕ ਵਰਤਦੇ ਹਨ, ਦਰਸ਼ਨੀ ਹੁੰਡੀ, ਨਾਮਯੋਗ ਹੁੰਡੀ, ਮੁੱਦਤੀ ਹੁੰਡੀ, ਧਨੀਯੋਗ ਹੁੰਡੀ, ਫਰਮਾਨਯੋਗ ਹੁੰਡੀ। ਮੈਂ ਇਹਦੀ ਵਿੱਚ ਵਿਆਖਿਆ ਵਿੱਚ ਨਹੀਂ ਗਿਆ, ਨਾ ਹੀ ਮੈਨੂੰ ਫਿਰ ਇਹਦੀ ਲੋੜ ਲੱਗੀ, ਪਰ ਇੱਥੋਂ ਆਪਣੀ ਸਾਰਿਆਂ ਦੀ ਇਹ ਹੋ ਗਈ ਕਿ ਜਦੋਂ ਸਤਿਗੁਰੂ ਜੀ ਨੇ ਇੱਥੇ ਸੰਦੇਸ਼ ਭੇਜਿਆ ਕਿ ਰੁਪਏ 7 ਸਹੀ ਦੀ ਹੁੰਡੀ ਕਰ ਭੇਜਣੀ, ਭਾਵ ਕਿ ਸੰਦੇਸ਼ ਉੱਥੇ ਪਹੁੰਚਿਆ ਹੈ ਕਿ 700 ਰੁਪਈਆਂ ਦੀ ਹੁੰਡੀ ਸੰਗਤ ਵੱਲੋਂ ਕਰਕੇ ਭੇਜੀ ਜਾਵੇ, ਭਾਵ ਕਿ ਉੱਥੋਂ ਉਹ ਮਨੀ ਆਰਡਰ ਚੈੱਕ, ਕੈਸ਼ੀਅਰ ਚੈੱਕ ਬਣ ਕੇ ਇੱਥੇ ਆ ਜਾਵੇਗਾ। ਤਾਂ ਇੱਥੋਂ ਉਹ ਪੈਸਾ ਜਿਹੜਾ ਹੈ, ਭਈ ਉੱਥੋਂ ਪੈਸਾ ਨਹੀਂ ਆਣਾ, ਉੱਥੋਂ ਸਿਰਫ ਹੁੰਡੀ ਲਿਖੀ ਹੋਈ ਇੱਥੇ ਆ ਜਾਏਗੀ। ਤਾਂ ਇੱਥੋਂ ਅੰਮ੍ਰਿਤਸਰ ਦਾ ਜੋ ਉਸ ਕਾਲ ਦਾ ਵਪਾਰੀ ਹੋਵੇਗਾ, ਜੋ ਹੁੰਡੀ ਵਾਲਾ, ਜੋ ਪੈਸੇ ਦਾ ਲੈਣ ਦੇਣ ਕਰਦੇ ਨੇ, ਉਹ ਪੈਸੇ ਦੇ ਦੇਣਗੇ। ਹੁੰਡੀ ਕਰ ਭੇਜਣੀ। ਅੱਗੇ ਹੈ 15 ਜੋੜੇ। ਇਹ ਸ਼ਬਦ ਗੁਰਬਾਣੀ ਵਰਗਾ ਹੈ, 15 ਜੋੜੇ। ਖਿਮਾ ਕਰਨਾ ਕਿਉਂਕਿ ਪੰਜਾਬੀ ਚ 15 ਹੀ ਆਖਿਆ ਜਾਂਦਾ ਤੇ ਨਿਕਲਦਾ ਹੈ। ਤਾਂ ਮੈਂ ਆਪ ਜੀ ਨੂੰ ਇੱਥੇ ਗੱਲ ਦੱਸਦਾ ਹਾਂ ਕਿ ਜਦੋਂ ਗੁਰਬਾਣੀ ਜਾਂ ਕੋਈ ਲਿਖਤ ਹੈ, ਉਹਦੇ ਵਿੱਚ ਆਪਾਂ ਅਦਲਾ ਬਦਲੀ ਨਹੀਂ ਕਰ ਸਕਦੇ। 15 ਜੋੜੇ ਮੈਨੂੰ ਸਵਾਏ ਭੇਜਨੇ। ਹੁਣ ਜੋੜੇ ਸ਼ਬਦ ਹੁਣ ਮੇਰੇ ਜਨਮ ਵੇਲੇ ਪ੍ਰਚਲਿਤ ਸੀ, ਪਰ ਹੁਣ ਅੱਜ ਦੇ ਸਮੇਂ ਜੋੜਾ ਸ਼ਬਦ ਜਿਹੜਾ ਹੈ ਉਹ ਸਾਡੀ ਪੰਜਾਬੀ ਬੋਲੀ ਵਿੱਚੋਂ ਨਿਕਲ ਚੁੱਕਿਆ ਹੈ।
ਅੱਜ ਜੋੜੇ ਦੀ ਥਾਂ ਤੇ ਕੀ ਸ਼ਬਦ ਆ ਗਿਆ? ਅੰਗਰੇਜ਼ੀ ਨੇ, ਕਿਉਂਕਿ ਅੰਗਰੇਜ਼ੀ ਨੇ ਗੱਲ ਫਿਰ ਕਰਾਂਗੇ, ਉਹ ਸਾਡੇ ਪੰਜਾਬੀ ਸ਼ਬਦ ਹੀ ਸਾਡੀ ਬੋਲੀ ਵਿੱਚੋਂ ਉੱਡ ਚੁੱਕੇ ਹਨ। ਔਰ ਜਿਹੜੀ ਅਗਲੀ ਪੀੜ੍ਹੀ ਹੈ, ਮੇਰੇ ਬੱਚੇ ਹਨ, ਉਹਨਾਂ ਤੱਕ ਵੀ ਮੈਂ ਕਦੇ ਨਹੀਂ ਬੋਲੇ। ਪਰ ਮੇਰੇ ਕਾਲ ਵਿੱਚ ਇਹ ਸ਼ਬਦ, ਇਹ ਬੜੀ ਇੱਕ ਦੁੱਖ ਭਰੀ ਗੱਲ ਹੈ ਕਿ ਗੁਰੂ ਨਾਨਕ ਕਾਲ, ਗੁਰੂ ਹਰਗੋਬਿੰਦ ਜੀ ਦੇ ਸ਼ਬਦ ਮੇਰੇ ਜਨਮ ਤੱਕ ਪਹੁੰਚ ਗਏ। ਉਹਨਾਂ ਦਾ ਕਾਲ 1600 ਈਸਵੀ ਲਾ ਲਓ, ਮੇਰਾ ਕਾਲ 1960-70 ਹੈ। 350 ਬਰਖਾਂ ਵਾਲਾ ਸ਼ਬਦ ਮੇਰੇ ਬਜ਼ੁਰਗਾਂ ਨੇ ਮੇਰੇ ਤੱਕ ਲੈ ਆਂਦਾ, ਪਰ ਮੇਰੇ ਤੋਂ ਬਾਅਦ ਹੁਣ ਇੱਕ ਐਸਾ ਬਣ ਚੁੱਕਿਆ ਵਾਤਾਵਰਨ ਕਿ ਉਹ ਉੱਡ ਚੁੱਕੇ ਹਨ। ਜੋੜੇ ਦਾ ਅਰਥ, ਜਿਹਨੂੰ ਅੱਜ ਦੀ ਪੰਜਾਬੀ ਚ ਜਾਂ ਅੰਗਰੇਜ਼ੀ ਚ ਕਹਿੰਦੇ ਆ ਸੂਟ, 15 ਸੂਟ, 15 ਜੋੜੇ ਮੈਨੂੰ ਸਵਾਈ ਭੇਜਣੇ, 15 ਬਾਬੇ ਜੀਓ ਨੂੰ ਸਵਾਈ ਭੇਜਣੇ। ਪਰ ਬਾਬਾ ਜੀ ਸ਼ਬਦ ਹੈ, ਇਹ ਬਾਬਾ ਗੁਰਦਿੱਤਾ ਜੀ ਵਾਸਤੇ ਹੈ। 15 ਜੋੜੇ ਬਾਬਾ ਗੁਰਦਿੱਤਾ ਜੀ ਨੂੰ ਸਵਾ ਕੇ ਭੇਜਣੇ। ਤੇ ਫਿਰ ਇਸ ਪੱਤਰੇ ਨੂੰ ਦੂਜੇ ਪਾਸੇ ਕਰਕੇ ਜਿਹੜੀ ਆਹ ਸਤਰ ਹੈ, ਇਹ ਲਿਖੀ ਹੋਈ ਹੈ ਦੋਏ, ਮੈਂ ਨਾਲ ਥੋੜੀ ਸਹਾਇਤਾ ਲੈ ਲਵਾਂਗਾ, ਦੋਏ ਜੋੜੀ ਕੁੱਕੋ ਕੁੱਕੋ ਖਰੇ ਭਾਲ, ਬਹੁਤ ਦਮ ਪਕੜਦੇ ਹੋਣ, ਉਹ ਟੋਲ ਕੇ ਭੇਜਨੇ। ਇਹ ਹੈ ਜਹਾਂ ਤਹਾਂ ਤੇ ਭੇਜਨੇ, ਚੰਗੇ ਟੋਲ ਕੇ ਭੇਜਨੇ। ਜਿਸ ਦਾ ਅਰਥ ਹੈ, ਜਿਹੜਾ ਪਿਛਲੇ ਹੁਕਮਨਾਮੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਕੁੱਕੋ ਕਬੂਤਰੇ, ਕਬੂਤਰਾਂ ਦੀ ਜੋੜੀ ਜਿਹੜੀ ਹੈ ਉਹ ਬਹੁਤ ਵਧੀਆ ਹੋਣ, ਦਮ ਪਕੜਦੇ ਹੋਣ, ਚੰਗੇ ਹੋਣ, ਤੇ ਨੇੜੇ ਤੇੜੇ ਨਹੀਂ ਵੀ ਮਿਲਣਗੇ ਤੇ ਜਿੱਥੋਂ ਵੀ ਮਿਲਣਦੇ ਨੇ ਉਹਨਾਂ ਨੂੰ ਵਧੀਆ ਕਰਕੇ ਜਿਹੜੇ ਨੇ ਉਹ ਭੇਜਨੇ ਹਨ। ਤੇ ਇੱਥੇ ਹੁਣ ਇਹ ਸਾਡੀ ਇਹਦੀ ਸਮਾਪਤੀ ਹੈ। ਪਰ ਆ ਜੋ ਇੱਥੇ ਮੈਂ ਆਪ ਜੀ ਨੂੰ ਦੱਸਿਆ ਨਾ, ਜਿਹਨੂੰ ਮੈਂ 2 ਤੇ 3 ਸੰਖਿਆ ਦਿੱਤੀ ਹੋਈ ਹੈ, ਤੇ ਉਹ ਹੈ ਲਿਖਿਆ ਹੋਇਆ ਗੁਰੂ ਗੁਰੂ ਜਪਣਾ ਜਨਮ ਸਬਰੂ। ਹੁਣ ਮੈਂ ਆਪ ਜੀ ਨੂੰ ਦੱਸਦਾ ਕਿ ਜਦੋਂ ਅੱਗੇ ਜਾਵਾਂਗੇ ਤੇ ਇਹ ਗੱਲ ਥੋੜੀ ਜਿਹੀ ਸਪਸ਼ਟ ਹੋ ਜਾਏਗੀ। ਕੀ ਹੋਵੇਗਾ ਕਿ ਗੁਰੂ ਕਾਲ ਵਿੱਚ ਲਖਾਰੀ ਕੁਝ ਹੁਕਮਨਾਮੇ, ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਬੜੇ ਵਿਸ਼ੇਸ਼ ਹੁਕਮਨਾਮੇ ਹਨ, ਕਿਉਂਕਿ ਸਭ ਤੋਂ ਜ਼ਿਆਦਾ ਲਿਖਤ ਉਹਨਾਂ ਦੀ ਹੈ। ਤਾਂ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਲਖਾਰੀ ਲਿਖਦਾ ਹੈ, ਉੱਥੇ ਕੀ ਹੈ ਕਿ ਲਖਾਰੀ ਪਹਿਲਾਂ ਲਿਖਦਾ ਹੈ ਤੇ ਗੁਰੂ ਜੀ ਉਸੇ ਹੁਕਮਨਾਮੇ ਤੇ ਸੰਖੇਪ ਵਿੱਚ ਬਾਅਦ ਵਿੱਚ ਲਿਖਦੇ ਹਨ। ਤਾਂ ਹੁਣ ਅਸੀਂ ਇਹ ਕੁਝ ਐਸਾ ਕੁਝ ਕਹਿ ਸਕਦੇ ਹਾਂ ਕਿ ਇਹ ਲਿਖਾਈ ਜਿਹੜੀ ਹੈ, ਇਹ ਗੁਰੂ ਜੀ ਵੱਲੋਂ, ਗੁਰੂ ਜੀ ਦੇ ਹੱਥ ਲਿਖਤ, ਕਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਜੀ ਦੇ ਹੱਥ ਲਿਖਤ ਹੈ। ਤਾਂ ਇਹ ਜਿਹੜੀ ਦੂਜੀ ਸਤਰ ਹੈ, ਗੁਰੂ ਗੁਰੂ ਜਪਣਾ ਜਨਮ ਸਵਰੂ, ਤੇ ਗੁਰੂ ਗੁਰੂ ਜਪਣਾ ਜਨਮ ਸਵਰਨਾ ਹੈ, ਸਵਾਰਨਾ ਹੈ। ਪਰ ਆ ਜਿਹੜੀ ਹੈ, ਇਹ ਮੈਂ ਇਸ ਗਿਣਤੀ ਵਿੱਚ ਨਹੀਂ ਲਈ, ਪਰ ਇੱਥੇ ਵੀ ਤੁਸੀਂ ਵੇਖੋਗੇ, ਇਹਨੂੰ ਮੈਂ ਬੜਾ ਯਤਨ ਕੀਤਾ ਕਿ ਮੈਂ ਇਹਨੂੰ ਸਮਝ ਸਕਾਂ, ਪਰ ਮੇਰੇ ਕੋਲੋਂ ਇਹ ਉਹ ਇੰਨਾ ਨਹੀਂ ਪਕੜ ਵਿੱਚ ਹੋਇਆ, ਕਿਉਂਕਿ ਚੀਜ਼ਾਂ ਕੁਝ ਮਿਟ ਗਈਆਂ, ਕੁਝ ਰਹਿ ਗਈਆਂ, ਕੁਝ ਇੰਨਾ ਜਿਵੇਂ ਕਹ ਲਓ ਕਿ ਨਹੀਂ ਪਕੜ ਪਾਇਆ ਮੈਂ। ਤਾਂ ਮੈਂ ਲਿਖਿਆ ਕਿ ਇੱਥੇ ਤੁਸਾਂ ਬਹੁਤ ਸੇਵਾ ਕਰਨੀ। ਇਹ ਜੋ ਹੈ ਉਹਨਾਂ ਡਾਕਟਰ ਜੀ ਦੀ ਪੁਸਤਕ ਵਿੱਚ, ਗੰਡਾ ਸਿੰਘ ਜੀ ਦੇ ਵਿੱਚ ਨਹੀਂ ਹੈ। ਮੈਂ ਯਤਨ ਕੀਤਾ ਸਮਝਣ ਦਾ। ਤੁਸਾਂ ਬਹੁਤ ਸੇਵਾ ਕਰਨੀ, ਅੱਗੇ ਵੀ ਇਹ ਸੇਵਾ ਕਰਨੀ, ਐਸਾ ਹੀ ਕੁਝ ਲਿਖਿਆ ਹੋਇਆ। ਅੱਗੇ ਲਿਖਿਆ, ਮੈਂ ਥੱਲੇ ਵੇਖਿਆ, ਇਹਦੇ ਵਿੱਚੋਂ ਲੱਭ ਕੇ ਨਾ, ਜਿਵੇਂ ਇੱਕ ਪਾਇਆ ਹੋਇਆ ਹੈ, ਤੁਸਾਂ ਬਹੁਤ ਸੇਵਾ ਕਰਨੀ। ਆ ਜਿਹੜੀ ਦੂਜੀ ਹੈ ਲਿਖਿਆ ਹੋਇਆ ਹੈ, ਢਿੱਲ ਨਾਹੀ ਕਰਨੀ।
ਆ ਲਿਖਿਆ ਹੋਇਆ ਹੈ, ਢਿੱਲ ਨਾਹੀ ਕਰਨੀ। ਤਾਂ ਮੈਨੂੰ ਬਹੁਤ ਸਪਸ਼ਟ ਇਹ ਨਹੀਂ ਹੋਇਆ ਇਤਨਾ ਕੁ। ਜਦੋਂ ਕੋਈ ਇਹਦੀ ਅਸਲੀ ਲਿਖਤ ਮਿਲ ਜਾਏਗੀ, ਇੱਕ ਪੁਸਤਕ ਹੋਰ ਆ ਰਹੀ ਹੈ, ਤਾਂ ਗੁਰੂ ਪਿਆਰਿਓ ਇਹ ਅੱਜ ਆਪਾਂ ਇਸ ਨੂੰ ਪਾਠ ਨੂੰ ਪੜ੍ਹਿਆ ਹੈ, ਤੇ ਅਜੇ ਇੱਕ ਹੁਕਮਨਾਮਾ ਅੱਗੇ ਅਗਲੀ ਵਾਰੀ ਆਪਾਂ ਪੜਾਂਗੇ। ਮੈਂ ਇੱਥੇ ਅੱਜ ਸਮਾਪਤੀ ਕਰਦਾ ਹਾਂ। ਤਾਂ ਜਦੋਂ ਅਗਲਾ ਹੁਕਮਨਾਮਾ ਬਾਬਾ ਗੁਰਦਿੱਤ ਤਿਆਗ ਜੀ ਵਾਲਾ ਹੈ, ਉਹ ਜਦੋਂ ਪੜ੍ਹ ਲਵਾਂਗੇ ਤੇ ਵਾਪਸ ਇਹ ਜਿਹੜੇ 3 ਹੁਕਮਨਾਮੇ ਹਨ, ਸਾਰਿਆਂ ਤੇ ਫਿਰ ਵਾਪਸ ਆਉਣਾ ਹੈ, ਜਿੱਥੋਂ ਅਸੀਂ ਇਹ ਸ਼ਬਦ ਦੇਖਣੇ ਹਨ, ਜਿੱਥੋਂ ਅਸੀਂ ਆਪਣੇ ਇਕੱਲੇ ਪੰਜਾਬੀ ਦੇ ਜਿਹੜੇ ਚਿੰਨ੍ਹ ਹਨ, ਜਿਹਦੇ ਮੈਂ ਆਪ ਜੀ ਨੂੰ ਦੱਸਿਆ ਕਿ ਸਾਨੂੰ ਉਹਨਾਂ ਦੀ ਬਹੁਤ ਜ਼ਰੂਰਤ ਹੈ, ਉਹ ਸਾਰੇ ਸਮਝਣੇ ਹਨ। ਔਰ ਦਾਸ ਯਤਨ ਕਰੇਗਾ ਕਿ ਇੱਥੋਂ ਪੰਜਾਬੀ ਲਿਪੀ ਦੇ ਜੋ ਨਮੂਨੇ ਹਨ ਉਹਦੇ ਸਕਰੀਨਸ਼ਾਟ ਵੀ ਕਰਕੇ ਮੈਂ ਤੁਹਾਨੂੰ ਦਿਖਾ ਸਕਾਂ। ਤਾਂ ਇਹਦੇ ਵਿੱਚੋਂ ਬਹੁਤ ਕੁਝ ਦਾਸ ਨੇ, ਜਿਵੇਂ ਖੱਬੇ ਸੱਜੇ ਬੇਅੰਤ ਚੀਜ਼ਾਂ ਜਿਹੜੀਆਂ ਨੇ ਲਿਖੀਆਂ ਹੁੰਦੀਆਂ ਨੇ, ਤਾਂ ਇਹਨਾਂ ਉੱਤੇ ਆਪਾਂ ਅਗਲੀ ਵਾਰੀ ਵਿਚਾਰ ਕਰਾਂਗੇ। ਅੱਜ ਦੇ ਇਸ ਗੁਰੂ ਹਰਗੋਬਿੰਦ ਜੀ ਦੇ ਨਾਮ ਵਾਲੇ ਦੂਜੇ ਹੁਕਮਨਾਮੇ ਦੀ ਜਿਹੜੀ ਸਮਾਪਤੀ ਹੈ, ਔਰ ਮੈਂ ਫਿਰ ਆਪ ਜੀ ਨੂੰ ਦੱਸਾਂ, ਮੈਨੂੰ ਜਿਤਨਾ ਕੁ ਮਿਲਿਆ ਉਹ ਤੁਹਾਡੇ ਅੱਗੇ ਰੱਖਦਾ ਹਾਂ। ਕੁਝ ਵੀ ਉਕਾਈ ਸੁਧਾਈ ਹੋਵੇਗੀ, ਜਦੋਂ ਵੀ ਕਿਸੇ ਚੀਜ਼ ਦਾ ਪਤਾ ਲੱਗਦਾ ਹੈ ਤਾਂ ਆਪਾਂ ਉਸ ਨੂੰ ਕਰ ਲੈਂਦੇ ਹਾਂ। ਅਸਲ ਵਿਗਿਆਨਕ ਵਿਧੀ ਵੀ ਇਹੋ ਹੀ ਹੈ। ਤੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।